श्री वाहिगुरु जी। दर्शन देख जीवा गुर तेरा, पूर्ण कर्म होए प्रभ मेरा। हुआ शब्द सामदी ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਨ ਕਾਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੂੜ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗੁਰਬਾਸ ਨਾ ਭਰਿਆ ਰੇ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪੁਲਵਾ। ਤਨ ਵਿਧੀਨ ਕੀ ਕੁਲ ਵਿਖੇ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਇ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ, ਅਵਤਾਰ ਲਿਓ ਸਭ ਵੰਸ਼ ਪ੍ਰਧਾਨਾ। ਪੂਰਬ ਜੋਤ ਪਠਾਇ ਜੀ ਆਇਸ, ਤੇ ਸਭ ਆਪਨ ਮਤ ਉਰਜਾਨਾ। ਕਾਹੂੰ ਜੋਗ ਸਾਧਨਾ ਕੀਨਿਓ, ਕਾਨ ਪ੍ਰਾਪਤ ਵੱਡ ਵਡਰਾਨਾ। ਕਉ ਭਾਗੁ ਭੇਸ ਮਹਿ ਉਰਜੇ,
ਅਕਾਲ ਪੁਰਖ ਕੋ ਕਾਹੂ ਨਾ ਜਾਨਾ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾ। ਆਦਿ ਨਿਰੰਜਨ ਹੈ ਗੁਰ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਨਿਓ ਪਰ ਲੋਕ ਸੁਨਿਓ ਬਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ। ਦੂਰ ਬਾਪ ਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ। ਕਬ ਕਲ ਸੋ ਜਸ ਨਾਨਕ ਗੁਰ ਘਾਟ ਘਾਟ ਸਹਿਜ ਸਮਾਇਓ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਹੀ ਪਾਤਸ਼ਾਹੀਆਂ ਜੀ ਦੀ ਕੀ ਆਤਮਿਕ ਜੋਤ ਪਵਿੱਤਰ ਸਰੂਪ ਹਾਜ਼ਰਾ ਹਜ਼ੂਰ ਜਹਰਾ ਜਹੂਰ ਕਲ ਜੋਗੇ ਬੋਇਥ ਨਾਮ ਬਾਣੀ ਕੇ ਜਹਾਜ ਤਖਤ ਚੌਰ ਛਤਰ ਕੇ ਮਾਲਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਅਵਤਾਰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਐਸੇ ਦੀਨ ਦਿਆਲ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਮਹਾਨ ਮਹਾਨ ਰਹਿਮਤ ਕਿਰਪਾਲਤਾ ਦਇਆ ਕਰਕੇ ਸੁਬਾਹ ਅੰਮ੍ਰਿਤ ਵੇਲੇ ਆਪਣੇ ਤਖਤ 'ਤੇ ਸਜ ਤਜ ਕੇ ਪ੍ਰਕਾਸ਼ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਹਨ। ਐਸੇ ਦੀਨ ਦਿਆਲ ਸਤਿਗੁਰਾਂ ਦੀ ਮਹਾਨ ਰਹਿਮਤ ਕਿਰਪਾਲਤਾ ਸਦਕੇ ਗੁਰੂ ਪਿਆਰੀਆਂ ਸੰਗਤਾਂ ਆਪ ਸਾਰੇ ਹੀ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਸ਼ਨ ਦਿਦਾਰੇ ਕਰਕੇ ਗੁਰੂ ਘਰ ਦੀ ਯਾਤਰਾ ਕਰਕੇ ਅੰਮ੍ਰਿਤ ਬਾਣੀ ਨਿਤਨੇਮ ਨਾਲ ਨਾਮ ਬਾਣੀ ਸਿਮਰਨ ਨਾਲ ਜੁੜ ਕੇ ਸੇਵਾ ਵਿੱਚ ਹਾਜ਼ਰ ਹੋ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰਦੇ ਰਹੀਏ, ਪਾਤਸ਼ਾਹ ਰਹਿਮਤ ਕਰੋ, ਦਇਆ ਕਰੋ, ਤਰਸ ਕਰੋ ਸਾਡੇ 'ਤੇ, ਭਲਾ ਉਦਮ ਬਖਸ਼ਣ ਕਰੋ ਮਹਾਰਾਜ। ਇਹ ਭਲਾ ਉਦਮ ਹੈ ਸਾਧ ਸੰਗਤ ਜੀ। ਭਾਵੇਂ ਸੰਸਾਰ ਦੇ ਧੰਦੇ ਕਾਰੋਬਾਰ ਸਾਰਿਆਂ ਨੂੰ ਸਾਨੂੰ ਕਰਨੇ ਪੈਂਦੇ ਨੇ, ਪਰ ਥੋੜ੍ਹਾ ਸਮਾਂ ਜੇ ਗੁਰੂ ਪਾਤਸ਼ਾਹ ਵਾਲੇ ਭਲਾ ਉਦਮ ਹੈ, ਜੇ ਇਹ ਗੁਰੂ ਪਾਤਸ਼ਾਹ ਬਖਸ਼ ਦੇਵੇ ਇਤਨਾ ਕੁ ਸਮਾਂ, ਤਾਂ ਸਾਡੇ ਸਾਰੇ ਜਿਹੜੇ ਕਾਰਜ ਨੇ ਉਹ ਵੀ ਸਫਲੇ ਹੋ ਜਾਂਦੇ ਨੇ, ਸਾਡਾ ਜੀਵਨ ਸਫਲਾ ਹੋ ਜਾਂਦਾ ਹੈ। ਤੋ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੋਦੜੀ ਕਰਿਆ ਕਰੀਏ, ਮਹਾਰਾਜ ਕਿਰਪਾਲਤਾ ਕਰੋ, ਭਲਾ ਉਦਮ ਬਖਸ਼ਣਾ ਕਰੋ ਜੀ।
ਸੋ ਆਪ ਸਾਰੇ ਹੀ ਗੁਰੂ ਪਾਤਸ਼ਾਹ ਦੀਆਂ ਅਸੀਸਾਂ ਦੇ ਪਾਤਰ ਹੋ, ਜਿਨ੍ਹਾਂ ਨੂੰ ਇਹ ਸੋਹਣਾ ਉਦਮ ਭਾਂ ਮਹਾਰਾਜ ਜੀ ਨੇ ਬਖਸ਼ਿਆ ਹੈ। ਬਾਣੀ ਨਾਲ ਜੁੜਦੇ ਹੋ, ਯਾਤਰਾ ਕਰਦੇ ਗੁਰੂ ਘਰਾਂ ਦੀ। ਫਿਰ ਕਥਾ ਕੀਰਤਨ ਜੋ ਸੁਖਦਾਈ, ਗੁਰਬਾਣੀ ਵਿੱਚ ਕਿਹਾ ਹੈ, ਕਥਾ ਕੀਰਤਨ ਸੁਖਦਾਈ, ਜਿਹਨੇ ਸਾਡਾ ਲੋਕ ਪਰਲੋਕ ਸੁਹੇਲਾ ਕਰਨਾ ਹੈ, ਜਿਹਨੇ ਸਾਡਾ ਅਗਲਾ ਰਸਤਾ ਸਵਾਰਨਾ ਹੈ, ਉਹ ਕਥਾ ਅਤੇ ਕੀਰਤਨ ਹੈ। ਇਸ ਨਾਲ ਵੀ ਜੋ ਗੁਰਮੁਖ ਰੂਹਾਂ ਜੁੜਦੇ ਨੇ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਦੇ ਪਾਤਰ ਹੀ ਹੁੰਦੇ ਨੇ ਸਾਰੇ। ਤੋ ਆਪ ਤੇ ਸਾਰਿਆਂ 'ਤੇ ਮਿਹਰ ਹੈ, ਜੋ ਕਿਸੇ ਨਾ ਕਿਸੇ ਬਹਾਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਭਲੇ ਉਦਮ ਵਿੱਚ ਲੱਗੇ ਰਹਿੰਦੇ। ਬਹਾਨਾ ਐਸਾ ਹੁੰਦਾ, ਕਿਤੇ ਗੁਰੂ ਪਾਤਸ਼ਾਹ ਅਵਤਾਰ ਆਏ ਨੇ, ਉਹਨਾਂ ਦੁਆਰਾ ਬਾਣੀ ਪੜ੍ਹਨੀ, ਸਰਵਣ ਕਰਨੀ, ਸ਼ੁਭ ਕਰਮ ਕਰਨੇ, ਸੇਵਾਵਾਂ ਕਰਨੀਆਂ। ਫਿਰ ਐਸੇ ਗੁਰੂ ਪਾਤਸ਼ਾਹ ਦੇ ਭੌਰੇ, ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ ਹਮੇਸ਼ਾ ਰਹਿਣ ਵਾਲੇ ਮਹਾਂਪੁਰਸ਼, ਖਾਸ ਕਰਕੇ ਸੰਪਰਦਾਇ ਮਹਾਂਪੁਰਸ਼, ਜਿਨ੍ਹਾਂ ਦੀ ਆਪਾਂ ਸਾਧ ਸੰਗਤ ਜੀ ਯਾਦ ਮਨਾਉਣ ਜਾ ਰਹੇ ਹਾਂ। ਐਸੇ ਮਹਾਂਪੁਰਸ਼ਾਂ ਦੀਆਂ ਯਾਦਾਂ ਵਿੱਚ ਹੀ ਗੁਰੂ ਪਾਤਸ਼ਾਹ ਦੇ ਨਾਲ ਜੁੜਨਾ ਹੀ ਹੁੰਦਾ ਹੈ ਨਾ। ਇਹਨੂੰ ਕਹਿੰਦੇ ਬਹਾਨੇ ਨਾਲ, ਉਹਦੇ ਨਾਲ ਤਾਂ ਜੁੜਾਂਗੇ ਨਾ। ਵੇਖੋ ਸਾਧ ਸੰਗਤ ਜੀ, ਮੇਰਾ ਹਾਲ 20 ਦੇ ਲਗਭਗ ਅਖੰਡ ਪਾਠ ਸਾਹਿਬ ਹੋ ਜਾਣੇ ਨੇ, ਅਤੇ ਉਹ 20 ਅਖੰਡ ਪਾਠ ਸਾਹਿਬਾਂ ਦੀ ਬਾਣੀ ਸਰਵਣ ਕਰਨੀ। ਫਿਰ ਸਾਧ ਸੰਗਤ ਜੀ, ਇੱਕ ਪੁਰਾਤਨ ਰੀਤੀ ਸੀ, ਮੈਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਵੀ ਸਹਿਜ ਪਾਠ ਕਦੇ ਕਰਾਉਣਾ ਅਤੇ ਕਈ ਸਾਲ ਉਸ ਦਾ ਅਸਰ ਰਹਿਣਾ ਬਾਣੀ ਦਾ ਘਰ ਵਿੱਚ। ਪਹਿਲਾਂ ਸਾਲ ਬਾਅਦ ਤਾਂ ਕਰਾਉਂਦੇ ਸਨ ਨਾ। ਇੱਕ ਬਜ਼ੁਰਗ ਸਿਆਣੇ ਸਨ, ਮੈਂ ਉਹਨਾਂ ਤੋਂ ਉਹ ਦੱਸ ਰਹੇ ਸਨ, ਮਹਾਂਪੁਰਸ਼ਾਂ ਨਾਲ ਗੱਲਾਂ ਕਰਦੇ ਸਨ। ਕਹਿੰਦੇ ਬਈ ਸਹਿਜ ਪਾਠ ਦਾ ਸਾਲ ਭਰ ਮਹਾਰਾਜ ਜੀ ਅਸਰ ਰਹਿੰਦਾ ਘਰ ਵਿੱਚ। ਕਹਿੰਦੇ ਉਹ ਉਹਨਾਂ ਦਾ ਨਿਸ਼ਚਾ ਸੀਗਾ, ਸਾਲ ਨੂੰ ਫਿਰ ਸਹਿਜ ਪਾਠ ਕਰਾਵਾਂਗੇ, ਰਹਿਮਤ ਰਹਿੰਦੀ ਹੈ। ਅਤੇ ਸਾਧ ਸੰਗਤ ਜੀ, ਇੱਥੇ ਸਾਲ ਵਿੱਚ ਕਈ ਅਖੰਡ ਪਾਠ ਸਾਹਿਬ ਜਿਹੜੇ ਸਥਾਨਾਂ 'ਤੇ ਹੋ ਜਾਂਦੇ, ਉਹ ਵੀ ਸ਼ੁੱਧ, ਜੋ ਗੁਰੂ ਕੀ ਬਖਸ਼ੀ ਹੋਈ ਪਾਵਨ ਪਵਿੱਤਰ ਮਰਿਆਦਾ ਅਨੁਸਾਰ। ਅਤੇ ਉਸ ਸਾਧ ਸੰਗਤ ਜੀ ਫਿਰ ਸਮਾਗਮਾਂ ਦਾ ਕਿਆ ਕਹਿਣਾ ਹੁੰਦਾ। ਇਹ ਸਥਾਨ ਆ ਮਹਾਂ ਤੀਰਥ ਹੋ ਜਾਂਦਾ ਹੈ। ਮਹਾਂ ਤੀਰਥ ਤਾਂ ਹੀ ਬਣ ਜਾਂਦਾ ਕਿਉਂਕਿ ਤੀਰਥ ਵੱਡਾ ਕਿ ਹਰ ਕਾ ਦਾਸ। ਜਿੱਥੇ ਗੁਰੂ ਕੇ ਪਿਆਰੇ, ਧੰਨ ਗੁਰੂ ਪਿਆਰੇ, ਜਿੱਥੇ ਮਹਾਂਪੁਰਸ਼ ਆਪਣਾ ਨਿਵਾਸ ਰੱਖਦੇ ਨੇ, ਜਿੱਥੇ ਐਸੇ ਮਹਾਂਪੁਰਸ਼ਾਂ ਦੇ ਚਰਨ ਪੈ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਕਿਹਾ ਵੀ ਸਾਧ ਸੰਗਤ ਜੀ, ਉਹ ਮਹਾਨ ਅਸਥਾਨ ਹੁੰਦਾ ਜਿੱਥੇ ਗੁਰਸਿੱਖ ਪੈਰ ਧਰੰਦਾ। ਅਤੇ ਗੁਰਸਿੱਖ ਜਿੱਥੇ ਪੈਰ ਹੀ ਧਰਦੇ ਵੇ ਆਪਣਾ, ਉਹ ਇੱਕ ਮਹਾਂ ਤੀਰਥ ਬਣ ਜਾਂਦਾ ਹੈ। ਅਤੇ ਲੰਮਾ ਸਮਾਂ ਜਿੱਥੇ ਮਹਾਂਪੁਰਸ਼ਾਂ ਨੇ ਜਪ ਤਪ ਕੀਤਾ, ਸਾਧ ਸੰਗਤ ਜੀ, ਉਹਨਾਂ ਅਸੀਸਾਂ ਸਦਕਾ ਫਿਰ ਉਸੇ ਪ੍ਰਕਾਰ ਹੀ ਪਰਮੇਸ਼ਰ ਦੀ ਰਹਿਮਤ ਹੈ। ਜਪ ਤਪ ਵਿਦਿਆ ਗੁਰਬਾਣੀ ਨਿਤਨੇਮ ਸੰਥਿਆ ਉਹ ਆਪੇ ਚਲਾ ਰਹੇ ਨੇ ਪਰਮੇਸ਼ਰ ਜੀ। ਅਤੇ ਕਿਤਨੀ ਇੱਕ ਮਹਾਨ ਰਹਿਮਤ ਹੈ, ਬਾਣੀ ਦੀ ਰਹਿਮਤ ਹੈ। ਇਸ ਕਰਕੇ ਇਹ ਮੈਂ ਬੇਨਤੀ ਕਰਾਂ ਵੀ ਆਨੇ ਬਹਾਨੇ ਕਈ ਵਾਰੀ ਭਲੇ ਕਰਮ ਹੋ ਜਾਂਦੇ ਨੇ। ਇੱਕ ਬਹਾਨਾ ਬਣ ਗਿਆ ਮਹਾਂਪੁਰਸ਼ਾਂ ਦੀ ਯਾਦ ਦਾ, ਅਤੇ ਆਪਾਂ ਸਾਰਿਆਂ ਨੇ ਸੇਵਾ ਕਰ ਲੈਣੀ ਹੈ ਨਾ। ਅਤੇ ਫਿਰ ਸਾਧ ਸੰਗਤ ਜੀ, ਸਾਡਾ ਜਿਹੜਾ ਨਾ ਜੀਵਨ ਸਫਲਾ ਹੀ ਸਫਲਾ ਹੈ, ਭਲਾ ਹੀ ਭਲਾ ਹੈ। ਸੋ ਆਪ ਸਾਰੇ ਭਲੇ ਹੋ, ਮਹਾਰਾਜ ਦੀ ਰਹਿਮਤਾਂ ਦੇ ਪਾਤਰ ਹੋ, ਜਿਹੜੇ ਸੇਵਾਵਾਂ ਵਿੱਚ ਲੱਗੇ ਰਹਿੰਦੇ ਹੋ। ਅਤੇ ਨਾਲ ਨਾਲ ਸਾਧ ਸੰਗਤ ਜਿੱਥੇ ਗੁਰਬਾਣੀ ਦਾ ਜਾਪ ਸਿਮਰਨ ਅਖੰਡ ਪਾਠ ਸਾਹਿਬ ਬਾਣੀ ਦੇ ਪ੍ਰਵਾਹ ਚੱਲਣੇ, ਨਾਲ ਗੁਰੂ ਕੇ ਇਤਿਹਾਸ ਦੀ, ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵੀ ਆਪਾਂ ਸਰਵਣ ਕਰਾਂਗੇ। ਜਿਵੇਂ ਕਈ ਦਿਨਾਂ ਤੋਂ ਆਪ ਸਰਵਣ ਕਰ ਰਹੇ ਹੋ,
ਸਵਈਏ ਮਹੱਲੇ ਪਹਿਲੇ ਦੀ ਪਾਵਨ ਪਵਿੱਤਰ ਵਿਚਾਰ। ਸਾਧ ਸੰਗੀ ਦੋ ਪੰਕਤੀਆਂ ਰਹਿੰਦੀਆਂ ਨੇ ਸਿਰਫ, ਉਹਨਾਂ ਦੀ ਵਿਚਾਰ ਆਪਾਂ ਰਲ ਮਿਲ ਕਰਨੀ। ਆਓ ਸਾਰੇ ਜਿੱਥੋਂ ਤੱਕ ਆਵਾਜ਼ ਆ ਰਹੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਸ ਭੱਟ ਜਨ ਕਰ ਰਹੇ ਨੇ। ਗੁਰਾਂ ਕੇ ਹਜ਼ੂਰ ਪਹੁੰਚੇ ਹੋਏ ਨੇ 17 ਭੱਟ। ਜਿਵੇਂ ਕੱਲ੍ਹ ਨਾਮੇ ਰਿਗਵੇਦ ਦਾ ਅਵਤਾਰ ਹੈ, ਜੋ ਸਾਧ ਸੰਗ ਜੀ ਗੁਰਾਂ ਦੇ ਹਜ਼ੂਰ ਹੱਥ ਜੋੜੀ ਖੜਾ ਬੇਨਤੀਆਂ ਕਰ ਰਿਹਾ, ਮਹਾਰਾਜ ਤੁਹਾਡਾ ਆਕਾਸ਼ਾਂ ਪਤਾਲਾਂ ਵਿੱਚ ਜਾਪ ਹੋ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਆਪ ਸਭ ਤੋਂ ਵੱਡੇ ਗੁਰੂ ਹੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਤੁਹਾਨੂੰ ਆਕਾਸ਼ਾਂ ਪਤਾਲਾਂ ਵਿੱਚ ਰਹਿਣ ਵਾਲੇ ਸਾਧ ਜਿਸ ਜਪਣਾ ਕਰਦੇ ਨੇ ਮਹਾਰਾਜ ਜੀਓ। ਇਸ ਤੱਕ ਕੱਲ ਕਿਹਾ ਵੀ ਤੁਹਾਨੂੰ ਅਸ਼ਟਕੁਲੀ ਨਾਗ ਉਹ ਵੀ ਜਪ ਕਰ ਰਹੇ ਨੇ, ਤਸ਼ਕ ਨਾਗ, ਬਾਸ਼ਕ ਨਾਗ, ਸ਼ੇਸ਼ ਨਾਗ, ਹੋਰ 8 ਕੁਲਾਂ ਨੇ ਨਾ, ਜੋ ਪਿਛਲੇ ਦਿਨਾਂ ਵਿੱਚ ਆਇਆ ਸੀ, ਉਹ ਵੀ ਮਹਾਰਾਜ ਤੁਹਾਨੂੰ ਪਤਾਲਾਂ ਵਿੱਚ ਜਾਪ ਕਰਦੇ ਨੇ। ਫਿਰ ਬਲ ਰਾਜਾ, ਇਹ ਸਾਰੇ ਜਾਪ ਕਰ ਰਹੇ ਨੇ। ਆਓ ਫਿਰ ਵਿਚਾਰ ਆ ਰਹੀ ਆ। ਕੱਲ੍ਹ ਆਪਾਂ ਛੱਡੀ ਸੀ ਪੰਕਤੀ, ਭਰਥਰ ਗੁਣ ਚਰੈ ਸਦਾ ਗੁਰ ਸੰਗ ਰਹੰਤੋ। ਭਰਥਰੀ ਜੋਗੀ ਕਿਸ ਪ੍ਰਕਾਰ ਸਿਮਰਨ ਕਰ ਰਿਹਾ ਹੈ ਅਤੇ ਗੁਰੂ ਦੇ ਨਾਲ ਰਹਿੰਦਾ ਹੋਇਆ, ਉਹਦੀ ਵਿਚਾਰ ਵੀ ਕਰਾਂਗੇ। ਆਓ ਸਰਵਣ ਕਰੀਏ। ਜਿੱਥੇ ਜਿੱਥੇ ਆਵਾਜ਼ ਆ ਰਹੀ ਹੈ, ਗੁਰੂ ਕੇ ਪਿਆਰੇ ਸਾਧ ਸੰਗਤ ਜੀ, ਆਪਣੀ ਸੁਰਤੀ ਬੇਨਤੀ ਨੂੰ ਸਾਰੇ ਇਕਾਗਰ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੇ ਜਿੱਥੇ ਦੂਰ ਆਵਾਜ਼ ਵੀ ਜਾ ਰਹੀ ਹੈ ਜਾਂ ਲਾਈਵ ਚੱਲ ਰਿਹਾ, ਜਿਹੜੇ ਗੁਰਮੁਖ ਪਿਆਰੇ ਹਾਜ਼ਰੀਆਂ ਭਰ ਰਹੇ ਨੇ, ਸਾਰੇ ਹੀ ਜਿੱਥੇ ਜਿੱਥੇ ਆਵਾਜ਼ ਜਾਂਦੀ ਆ ਉੱਥੋਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਹਾਜ਼ਰੀਆਂ ਲਵਾਈਏ, ਕਥਾ ਨਾਲ ਜੁੜੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ। ਭੱਟ ਜੀ ਕਹਿ ਰਹੇ ਨੇ, ਗੁਰੂ ਨਾਨਕ ਮਹਾਰਾਜ ਦੀ ਸੋਭਾ ਕਰ ਰਹੇ ਨੇ। ਕਹਿੰਦੇ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਨੂੰ ਭਰਥਰੀ ਜੋਗੀ ਵਰਗੇ। ਕੱਲ੍ਹ ਹੈ ਨੌਨਾਥ, ਨੌਨਾਥਾਂ ਦੇ ਨਾਮ ਵੀ ਸਰਵਣ ਕਰੇ ਸਾਨੂੰ। ਜਿਵੇਂ ਜੀ ਗੋਰਖ ਦਾ ਨਾਮ ਵੀ ਹੈ, ਗੋਰਖ ਵੀ ਨੌਨਾਥਾਂ ਦੇ ਵਿੱਚ ਹੈ। ਜਿਹੜਾ ਭਰਥਰੀ ਜੋਗੀ ਆ ਸਾਧ ਸੰਗਤ ਜੀ, ਇਹ ਗੋਰਖਨਾਥ ਦਾ ਚੇਲਾ ਹੀ ਹੈ। ਅਤੇ ਇੱਥੇ ਆਇਆ ਹੈ। ਕੱਲ੍ਹ ਭੱਟ ਜੀ ਕਹਿ ਰਹੇ ਨੇ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਭਰਥਰ ਗੁਣ ਉਚਰੈ ਭਰਥਰੀ ਰਾਜ ਜੋਗੀ, ਜੋ ਇਹ ਰਾਜ ਨੂੰ ਤਿਆਗ ਕੇ ਫਿਰ ਜੋਗੀ ਬਣਿਆ ਸੀ ਨਾ, ਇਹਦਾ ਕੋਈ ਕਾਰਨ ਸੀ। ਉਹ ਮੈਨੂੰ ਸਿੰਘਾਂ ਪਿਆਰਾਂ ਨਾਲ ਕਿਹਾ ਵੀ ਹੁਕਮ ਹੈ ਤੁਹਾਡਾ ਵੀ ਉਹ ਦੱਸਣਾ ਕਾਰਨ ਕੀ ਸੀ, ਰਾਜ ਨੂੰ ਤਿਆਗਿਆ ਕਿਵੇਂ ਸੀ। ਥੋੜ੍ਹਾ ਜਿਹਾ ਵਿਸਥਾਰ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾਲਤਾ ਕੀਤੀ ਹੈ ਵਿਦਵਾਨਾਂ ਸਿੱਖਾਂ ਪਿਆਰਿਆਂ 'ਤੇ, ਆਪਣੇ ਪੰਥ 'ਤੇ, ਵੀ ਤੁਹਾਨੂੰ ਬਹੁਤੇ ਗ੍ਰੰਥ ਪੜ੍ਹਨੇ ਹੀ ਨਾ ਪੈਣ। ਜਾ ਕੇ ਸਾਰੇ ਗ੍ਰੰਥਾਂ ਦਾ ਸਾਰ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤਾ ਸਾਧ ਸੰਗਤ ਜੀ। ਇਹ ਜਿਹੜੀ ਕਥਾ ਨਾ ਭਰਥਰੀ ਰਾਜ ਜੋਗੀ ਵਾਲੀ, ਇਹ ਰਾਜ ਨੂੰ ਤਿਆਗ ਕੇ ਜੋਗੀ ਬਣਿਆ ਹੀ ਕਿਵੇਂ ਸੀ ਭਰਥਰੀ ਜੋਗੀ। ਸਾਧ ਸੰਗਤ ਜੀ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਿਆਨ ਚਰਿਤਰਾਂ ਵਿੱਚ ਇਹ ਕਥਾ ਰੱਖੀ ਹੋਈ ਹੈ। 209ਵਾਂ ਚਰਿੱਤਰ ਹੈ, ਉਹ ਸਾਰੀ ਕਥਾ ਰੱਖੀ ਹੋਈ ਹੈ। ਜੋਗੀ ਕਿਵੇਂ ਬਣਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ, ਇੱਕ ਸਾਡੇ ਦੇ ਪਰਉਪਕਾਰ ਪੰਥ 'ਤੇ। ਤਾਂ ਉਹ ਨਾਲ ਨਾਲ ਆਪਾਂ ਵਿਚਾਰ ਵੀ ਕਰਾਂਗੇ। ਧਾਰਾ ਨਗਰੀ ਕੋਰ ਹੈ ਭਰਥਰ ਰਾਜ ਸੁਜਾਨ, ਦੋ ਦਵਾਦਸ ਵਿਦਿਆ ਨਿਪੁੰਨ ਸੂਰਬੀਰ ਬਲਵਾਨ। ਭਰਥਰੀ ਜੋਗੀ ਇੱਕ ਧਾਰਾ ਨਗਰੀ ਦੇ ਉਜੈਨ ਦੇ ਨਾਲ ਹੀ ਸਾਧ ਸੰਗ। ਉਜੈਨ ਦਾ ਰਾਜਾ ਜੋ ਹੋਇਆ ਬਿਕਰਮਾਜੀਤ, ਉਹਦਾ ਭਰਾ ਹੋਇਆ ਹੈ ਸਾਧ ਸੰਗਤ ਜੀ। ਕੱਲ੍ਹ ਸਾਖੀ ਸੁਣਾਈ ਸੀ ਨਾ ਦੀ ਪਿੰਗਲਾ ਰਾਣੀ ਵਾਲੀ, ਉੱਥੋਂ ਹੀ ਫਿਰ ਗੋਰਖਨਾਥ ਜੀ 'ਤੇ ਇਹਦਾ ਆਪ ਵਿੱਚ ਸੁਮੇਲ ਹੋ ਗਿਆ ਸੀ, ਇਹਦੀ ਸ਼ਰਧਾ ਵੱਜ ਗਈ ਸੀ ਅਤੇ ਗੋਰਖ ਜੀ ਦੇ ਨਾਲ ਆਉਣ ਜਾਣ ਹੋ ਗਿਆ ਸੀ, ਗੋਰਖਨਾਥ ਨਾਲ।
ਸਾਧ ਸੰਗਤ ਜੀ ਇਹ ਫਿਰ ਜਦੋਂ ਯੋਗੀ ਬਣਦਾ ਨਾ ਰਾਜ ਤਿਆਗ ਕੇ, ਉਹਦੀ ਵਿਚਾਰ ਇਸ ਪ੍ਰਕਾਰ ਹੈ। ਲੰਬੀ ਵਿਚਾਰ ਹੈ ਅਤੇ ਆਪਾਂ ਥੋੜ੍ਹੇ ਸੰਕੋਚ ਮੈਂ ਇਸ਼ਾਰਾ ਮਾਤਰ ਜਾ ਕੇ ਧਿਆਨ ਮਾਰਾਂਗੇ। ਜੋ ਸਾਰੀ ਖੁੱਲ੍ਹੀ ਕਥਾ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਣਾ ਕੀਤੀ ਹੈ। ਇਸ ਕੱਲ੍ਹ ਵੀ ਦੱਸਿਆ ਸੀ, ਰਾਜੇ ਦੀਆਂ ਰਾਣੀਆਂ ਇਹਨਾਂ ਦੀਆਂ ਬਹੁਤ ਹੁੰਦੀਆਂ ਨੇ। ਜਿਵੇਂ ਪਿੰਗਲਾ ਰਾਣੀ ਸੀ, ਉਹ ਦੇਖੋ ਨਾ, ਇਹਦਾ ਐਸੀ ਸੀ ਕਿ ਇਹਦਾ ਇਹ ਸੁਣ ਕੇ, ਮੌਤ ਸੁਣ ਕੇ ਵੀ ਇਹਨੂੰ ਸ਼ਿਕਾਰ ਖੇਡਣ ਗਏ ਨੂੰ ਸ਼ੇਰ ਨੇ ਮਾਰ ਦਿੱਤਾ, ਅਤੇ ਸਾਧ ਸੰਗਤ ਜੀ ਹੌਂਕਾ ਲੈ ਕੇ ਉਹਨੇ ਸਰੀਰ ਤਿਆਗ ਦਿੱਤਾ ਸੀ। ਚਲੋ ਫਿਰ ਗੋਰਖਨਾਥ ਜੀ ਆਏ ਅਤੇ ਉਹਨੇ ਉਹਨੂੰ ਜਿੰਦਾ ਕਰ ਦਿੱਤਾ ਸੀ। ਇਹ ਆਪਾਂ ਕੱਲ੍ਹ ਵਿਚਾਰ ਸੁਣੀ ਸੀ। ਅਗਲੀ ਗੱਲ ਜਿਹੜੀ ਆ ਰਹੀ ਵੀ ਭਰਤਰੀ ਜੋਗੀ ਕਿਵੇਂ ਬਣਿਆ। ਵਿਦਵਾਨ ਸੀ ਸਾਧ ਸੰਗਤ ਜੀ, ਬਹੁਤ ਤਕੜਾ ਵਿਦਵਾਨ, ਸੰਸਕ੍ਰਿਤੀ ਦਾ ਵਿਦਵਾਨ। 3 ਗ੍ਰੰਥ ਨੇ ਲਿਖਣਾ ਕੀਤੇ ਨੇ ਸੰਸਕ੍ਰਿਤੀ ਦੇ ਵਿੱਚ, ਜਿਵੇਂ ਭਰਤਰੀ ਵੈਰਾਗ ਸ਼ਤਕ, ਭਰਤਰੀ ਨੀਤੀ ਸ਼ਤਕ, ਭਰਤਰੀ ਸ਼ਿੰਗਾਰ ਸ਼ਤਕ। ਵਿਦਿਆਲਿਆਂ ਦੇ ਵਿੱਚ ਵਿਦਵਾਨ ਲੋਕ ਪੜ੍ਹਾਉਂਦੇ ਨੇ, ਮਹਾਂਪੁਰਸ਼ ਸਾਧੂ ਜਨ ਇਹਦੇ ਗ੍ਰੰਥ ਰਚੇ ਨੇ। ਅਤੇ ਇਹ ਲਿਖਿਆ ਸੰਗੀਤਕਾਰ ਵੀ ਬਹੁਤ ਅੱਛਾ ਸੀ। ਇਹਦੇ ਰਾਜ ਵਿੱਚ ਸਾਧ ਸੰਗਤ ਜੀ ਇੱਕ ਬਜ਼ੁਰਗ ਬ੍ਰਾਹਮਣ ਅਤੇ ਉਹਦੀ ਪਤਨੀ ਪਰਮੇਸ਼ਰ ਦਾ ਜਾਪ ਕਰਦੇ ਸਨ। ਪੰਡਤ ਅਤੇ ਪੰਡਤਾਣੀ ਦੋਵੇਂ ਜਾਪ ਕਰਦੇ ਸਨ ਪਰਮੇਸ਼ਰ ਦਾ। ਲੰਮਾ ਸਮਾਂ ਉਹਨਾਂ ਨੇ ਜਾਪ ਕੀਤਾ ਅਤੇ ਪਰਮੇਸ਼ਰ ਜੀ ਵੱਲੋਂ ਖੁਸ਼ ਹੋ ਕੇ ਉਹਨਾਂ ਨੂੰ ਫਿਰ ਅੰਮ੍ਰਿਤ ਫਲ ਮਿਲਣਾ ਕੀਤਾ, ਅੰਮ੍ਰਿਤ ਫਲ ਦੇਣਾ ਕੀਤਾ ਪਰਮੇਸ਼ਰ ਜੀ ਨੇ ਉਸ ਪੰਡਤ ਨੂੰ ਅਤੇ ਪੰਡਤਾਣੀ ਨੂੰ, ਜੋ ਬਜ਼ੁਰਗ ਸਨ, ਵੀ ਤੁਹਾਡਾ ਜਪ ਤਾਂ ਬਹੁਤ ਅੱਛਾ ਹੈ, ਆ ਤੁਸੀਂ ਅੰਮ੍ਰਿਤ ਫਲ ਲੈ ਲਓ, ਇਹਨੂੰ ਛਕੋ ਅਤੇ ਤੁਹਾਡੀ ਉਮਰ ਹੋਰ ਬਹੁਤ ਵੱਧ ਜਾਵੇਗੀ। ਜੋ ਅੰਮ੍ਰਿਤ ਫਲ ਉਹ ਪੰਡਤ ਪੰਡਤਾਣੀ ਨੂੰ ਮਿਲਦਾ ਗਿਆ ਪਰਮੇਸ਼ਰ ਜੀ ਵੱਲੋਂ। ਉਹਨਾਂ ਦੋਵਾਂ ਜੀਆਂ ਨੇ ਵਿਚਾਰ ਕੀਤੀ ਵੀ ਬਿਰਧ ਉਮਰਾ ਹੈ, ਬੱਚਾ ਕੋਈ ਹੈ ਨਹੀਂ, ਸਾਡੇ ਹੰਸ ਬੰਸ ਨਹੀਂ ਸੀ ਉਹਨਾਂ ਦੀ ਵਿਚਾਰਾਂ ਦੇ ਅੱਗੇ ਤੁਰੀ, ਤੋ ਅਸੀਂ ਫਲ ਖਾ ਲਾਂਗੇ, ਹੋਰ ਲੰਮੀ ਉਮਰ ਹੋ ਜਾਵੇਗੀ ਅੰਮ੍ਰਿਤ ਫਲ ਦੇ ਨਾਲ, ਅਤੇ ਹੋਰ ਫਿਰ ਅੰਮ੍ਰਿਤ ਕੀ ਲੈਣਾ ਹੈ, ਹੁਣ ਜਪ ਤਪ ਕੀਤਾ ਹੈ, ਇੰਨੀ ਉਮਰ ਹੀ ਬਥੇਰੀ ਆ, ਅਤੇ ਅਸੀਂ ਉਮਰ ਵਧਾ ਕੇ ਕਹਿਣਾ ਫਿਰ ਰੁਲਾਂਗੇ ਨਾ ਹੋਰ ਵਡੇਪੇ ਦੇ ਵਿੱਚ। ਇਸ ਕਰਕੇ ਫਲ ਅਸੀਂ ਨਾ ਲਈਏ, ਅਸੀਂ ਅੱਗੇ ਗਾਂਹ ਫਲ ਨੂੰ ਦੇ ਦਈਏ। ਸਾਡਾ ਭਰਤਰੀ ਜੋ ਰਾਜ ਹੈ ਨਾ, ਵਿਦਵਾਨ ਜਨ ਹੈ। ਪੰਡਤ ਨੇ ਵੀ ਸੋਚਿਆ ਨਾ, ਵਿਦਵਾਨਾਂ ਦਾ ਭਲਾ ਸੋਚਦੇ ਸਨ। ਉਸ ਪੰਡਤ ਪੰਡਤਾਣੀ ਨੇ ਇਹ ਆਪਸ ਦੀ ਵਿੱਚ ਰੀਤੀ ਆਪਣਾ ਬਚਨ ਵਿਲਾਸ ਕੀਤੇ, ਗੁਰਮਤਾ ਕੀਤਾ ਵੀ ਆਪਾਂ ਜਿਹੜਾ ਫਲ ਆ ਆਪਾਂ ਕਹਿਣਾ ਅੱਗੇ ਬਿਰਧ ਸਰੀਰ ਆ, ਹੋਰ ਜ਼ਿਆਦਾ ਲੰਮੀ ਉਮਰ ਕਰਕੇ ਕੀ ਕਰ ਲਾਂਗੇ ਆਪਾਂ, ਉਮਰ ਆਪਣੀ ਸਫਲੀ ਆ, ਨਾਮ ਜਪਿਆ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੀ ਹੋ ਜਾਵਾਂਗੇ। ਫਲ ਆਪਾਂ ਭਰਤਰੀ ਰਾਜਾ ਜੀ ਨੂੰ ਦੇ ਜਾਈਏ, ਧਰਮੀ ਰਾਜਾ ਹੈ, ਉਹਦੀ ਉਮਰ ਵਧ ਜਾਏਗੀ, ਦੁਨੀਆ ਦਾ ਭਲਾ ਕਰੇਗਾ। ਤਾਂ ਉਹਨਾਂ ਪੰਡਤ ਪੰਡਤਾਣੀ ਨੇ, ਉਹ ਪੰਡਤ ਜੀ ਨੇ ਫਲ ਭਰਤਰੀ ਰਾਜੇ ਨੂੰ ਦੇ ਦਿੱਤਾ। ਅਤੇ ਅੱਗੇ ਰਾਜੇ ਨੇ ਫਲ ਦੇਖਿਆ, ਦੇਖ ਕੇ ਫਲ ਨੂੰ ਐਸਾ ਹੋਇਆ, ਉਹਦਾ ਆਪਣੀ ਜਿਹੜੀ ਰਾਣੀ ਭਾਨਮਤੀ, ਉਹਦੇ ਨਾਲ ਬਹੁਤਾ ਹਿੱਤ ਸੀ। ਉਹ ਫਲ ਰਾਜੇ ਨੇ, ਭਰਤਰੀ ਨੇ ਆਪਣੀ ਭਾਨਮਤੀ ਰਾਣੀ ਨੂੰ ਦੇ ਦਿੱਤਾ। ਉਹ ਭਲੀ ਮਾਨਸ ਦੀ ਐਸੀ ਬਿਰਤੀ ਉਹਦੀ ਕੋਈ ਹੋਰ ਸੀ। ਇੱਕ ਜੋ ਘੋੜੇ ਤਬੇਲਿਆਂ ਵਿੱਚ ਘੋੜਿਆਂ ਦਾ ਸੇਵਾਦਾਰ ਸੀ ਨਾ, ਲਿੱਦ ਲੁੱਦ ਚੱਕਣ ਵਾਲਾ ਨੌਕਰ। ਇਹ ਸਾਧ ਸੰਗਤ ਜੀ ਐਸੀ ਕਥਾਵਾਂ ਹੁੰਦੀਆਂ ਨੇ, ਸਾਨੂੰ ਸਾਵਧਾਨੀ ਵੀ ਕਰਦੀਆਂ ਨੇ। ਕਥਾਵਾਂ ਜਿਹੜੀ ਕਥਾ ਕਹਾਣੀ ਵੇਦੀ ਆਣੀ ਜਿਹੜੀ ਨਾ, ਉਹ ਦੁਨੀਆ ਨੂੰ ਭਲੇ ਰਸਤੇ ਪਾਉਣ ਵਾਸਤੇ ਹੁੰਦੀ ਆ। ਅਤੇ ਕਈ ਵਾਰੀ ਐਸੀ ਮਹਾਰਾਜ ਕਿਰਪਾਲਤਾ ਕਰੇ,
ਉਹਦੀ ਬਿਰਤੀ ਸੁਰਤੀ ਜਿਹੜੀ ਆ ਭਾਨੂਮਤੀ ਰਾਣੀ ਦੀ, ਜਿਹੜਾ ਉਹ ਘੋੜਿਆਂ ਨੂੰ ਸਾਂਭਣ ਵਾਲਾ ਨੌਕਰ ਸੀਗਾ ਤੇ ਬੇਲੇਦਾਰ, ਉਹਦੇ ਨਾਲ ਕੋਈ ਇਹਦਾ ਖਿਆਲ ਸਾਂਝਾ ਸੀ। ਪਹਿਲਾਂ ਹੀ ਗੱਲਬਾਤ ਕਰਦੇ ਸਨ। ਉਹ ਰਾਣੀ ਦਾ ਫਲ ਉਹਨੇ ਕਿਹਾ ਮੈਂ ਭਾਨੂਮਤੀ ਰਾਣੀ ਨੂੰ ਦੇ ਦਿਆਂ। ਭਰਤਰੀ ਜੋਗੇ ਨੇ ਕਿਹਾ ਪੰਡਤ ਤੋਂ ਲੈ ਕੇ ਰਾਜੇ ਨੇ ਕਿਹਾ। ਉਹਨੇ ਫਲ ਸਾਂਭ ਕੇ ਰੱਖ ਲਿਆ ਭਾਨੂਮਤੀ ਰਾਣੀ ਨੇ ਵੀ। ਮੈਂ ਉਹਨੂੰ ਜਿਹੜਾ ਤਬੇਲੇਦਾਰ ਸੀ ਉਹਦੇ ਨਾਲ ਉਹਦਾ ਕੋਈ ਸਾਂਝ ਸੀਗੀ ਗੱਲਾਂ ਬਾਤਾਂ ਦੀ, ਉਹਨੇ ਫਲ ਉਹਨੂੰ ਦੇ ਦਿੱਤਾ। ਅਤੇ ਉਹ ਐਸੀ ਖੇਡ ਮਹਾਰਾਜ ਨੇ ਤਾਂ ਨਾਲ ਨਾਲ ਝਾੜਾਂ ਹੀ ਵਾਹਵਾ ਪਾਈਆਂ ਨੇ ਲਿਖਤ ਦੇ ਵਿੱਚ ਵੀ ਉਹ ਐਸੀ ਤ੍ਰੀ ਰਾਣੀ ਵਰਗੀ ਤ੍ਰੀ ਪਾ ਕੇ ਪ੍ਰਾਪਤ ਕਰਕੇ, ਜੋ ਤੇਰਾ ਰਾਣੀ ਦੇ ਨਾਲ ਹੀ ਤਾਲਮੇਲ ਆਇਆ, ਉਹ ਨੌਕਰ ਨੂੰ ਫਿਰ ਉਹਦੀ ਬੁੱਧੀ ਕਹਿੰਦੇ ਉਤਨੀ ਕੀ ਰਹੀ। ਉਹ ਫਿਰ ਗਾਂ ਇੱਕ ਜਿਹੜੀ ਵੇਸ਼ਵਾ ਸੀ ਉਹਦੇ ਨਾਲ ਉਹਦਾ ਤਾਲਮੇਲ ਸੀ। ਉਹਨੇ ਕਿਹਾ ਮੈਂ ਫਲ ਵੇਸ਼ਵਾ ਨੂੰ ਨਾ ਦੇ ਦੇਵਾਂ। ਤਬੇਲੇਦਾਰ ਨੇ ਕਿਹਾ, ਘੋੜਿਆਂ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਉਹ ਉਸਨੇ ਫਲ ਉਹਨੂੰ ਦੇ ਦਿੱਤਾ ਵੀ ਤੂੰ ਵੱਡੀ ਉਮਰ ਵਾਲੀ ਹੋ ਜਾਵੇਂਗੀ। ਵੇਸਵਾ ਨੇ ਫਲ ਦੇਖਿਆ, ਖਾਵੇ ਨਾ ਦੇਖੀ ਜਾਵੇ, ਤੇ ਮਨ ਵਿੱਚ ਸੋਚਾਂ 'ਚ ਪੈ ਗਈ ਵੇਸਵਾ ਵੀ ਮੈਂ ਫਲ ਕੇ ਖਾ ਕੇ ਕਿਆ ਕਰਾਂਗੀ। ਅੱਗੇ ਮੇਰੀ ਜਿਹੜਾ ਮੰਦਕਰਮੀ ਜੀਵਨ ਹੈ, ਉਮਰ ਹੋਰ ਹੋ ਗਈ, ਅਤੇ ਮੰਦਕਰਮੀ ਕਮਾਵਾਂਗੀ ਨਾ ਕਿਤੇ। ਉਹਨੂੰ ਮਹਾਰਾਜ ਨੇ ਬੋਲ ਦਿੱਤਾ, ਹੋ ਸਕਦਾ ਮੈਂ ਇਹ ਫਲ ਚੰਗਾ ਤਾਂ ਹੋਏ ਮੈਂ ਭਰਤਰੀ ਰਾਜੇ ਨੂੰ ਨਾ ਦੇ ਦਿਆਂ, ਚੰਗਾ ਰਾਜਾ। ਉਹ ਬਾਬੇ ਸੰਤਾ ਸਿੰਘ ਸਾਹਿਬ ਬਾਬਾ ਜੀ 96 ਕਰੋੜੀ ਉਹ ਕਥਾ ਕਰਦੇ ਸਨ। ਉਹ ਕਹਿੰਦੇ ਪੈੜ ਪੁੱਠੀ ਮੁੜੀ। ਫਿਰ ਉਸ ਨੇ ਵੇਸਵਾ ਨੇ ਜੋ ਫਲ ਸੀਗਾ, ਵੇਸਵਾ ਨੇ ਭਰਤਰੀ ਰਾਜੇ ਨੂੰ ਦੇ ਦਿੱਤਾ। ਫਿਰ ਭਰਤਰੀ ਰਾਜਾ ਉਸ ਫਲ ਦੇਖ ਕੇ ਬੜਾ ਹੈਰਾਨ ਹੋ ਗਿਆ। ਮੈਂ ਜਿਹੜਾ ਇਹ ਤਾਂ ਫਲ ਉਹੀ ਜਿਹੜਾ ਮੈਨੂੰ ਪੰਡਤ ਨੇ ਦਿੱਤਾ ਸੀ, ਇਹ ਗੱਲ ਕੀ ਬਣੀ। ਉਹਨੇ ਉਸ ਵੇਸਵਾ ਨੂੰ ਪੁੱਛਣਾ ਕੀਤਾ ਵੀ ਤੂੰ ਭਲਕੇ ਮਾਨਸੇ ਫਲ ਲਿਆਈ ਕਿੱਥੋਂ, ਮੈਨੂੰ ਇਹ ਦੱਸ, ਮੈਨੂੰ ਕਾਰਨ ਦੱਸ। ਚਲੋ ਮੈਂ ਖਾਵਾਂਗਾ ਤਾਂ ਫਿਰ ਠੀਕ ਆ, ਮੈਨੂੰ ਦੱਸ ਵੀ ਫਲ ਤੈਨੂੰ ਇਹ ਅਮਰ ਫਲ ਮਿਲਿਆ ਹੀ ਕਿੱਥੋਂ। ਉਹ ਹੈਰਾਨ ਹੋ ਗਿਆ, ਮੈਨੂੰ ਤਾਂ ਪੰਡਤ ਨੇ ਦਿੱਤਾ, ਮੈਂ ਤਾਂ ਆਪਦੀ ਭਾਨੂਮਤੀ ਰਾਣੀ ਨੂੰ ਦੇ ਦਿੱਤਾ ਸੀ, ਇਹ ਕਿੱਧਰ ਗਿਆ ਵੀ ਨਹੀਂ, ਕਿਵੇਂ ਦਿੱਤਾ ਮੈਨੂੰ ਵੇਸਵਾ ਨੇ। ਫਿਰ ਉਹਨੇ ਵਿਚਾਰੀ ਨੇ ਕਿਹਾ ਜੀ ਮੈਨੂੰ ਫਲ ਤਾਂ ਤੁਹਾਡੇ ਰਥਵਾਨ ਨੇ ਦਿੱਤਾ। ਰਥਵਾਨ ਨੂੰ ਬੁਲਾਇਆ ਗਿਆ, ਉਹ ਤੂੰ ਫਲ ਕਿੱਥੋਂ ਲਿਆ ਸੀ ਬਈ ਇਹ। ਉਹਨੇ ਵੀ ਸਾਰੀ ਕਹਾਣੀ ਦੱਸਦੀ, ਹਕੀਕਤ ਦੱਸੀ, ਸੱਚ ਸੱਚ ਦੱਸਣਾ ਕੀਤਾ ਰਾਜੇ ਭਰਤਰੀ ਦੇ ਸਾਹਮਣੇ ਵੀ ਮੈਨੂੰ ਤਾਂ ਤੁਹਾਡੀ ਰਾਣੀ ਨੇ ਦਿੱਤਾ ਜੀ, ਇਸ ਤਰ੍ਹਾਂ ਸਾਡਾ ਸੰਬੰਧ ਸੀਗਾ। ਉਹਨੂੰ ਵੀ ਫਿਰ ਝਾੜਾਂ ਪਾਈਆਂ, ਉਹ ਮੂਰਖਾ, ਐਡੀ ਰਾਣੀ ਤ੍ਰੀਆ ਨਾਲ ਹੋ ਕੇ ਫਿਰ ਤੂੰ ਬੇਸੁਗਾ ਤੇ ਫਿਰ ਕੋਲ। ਅਤੇ ਰਾਣੀ ਨੂੰ ਫਿਰ ਝਾੜਾਂ ਪਾਈਆਂ ਵੀ ਤੂੰ ਐਡੀ ਮਹਾਰਾਣੀ ਹੋ ਕਰਕੇ ਫਿਰ ਵੀ ਤੈਨੂੰ ਸਵਰਨਾ, ਤੂੰ ਸੰਬੰਧ ਫਿਰ ਵੀ ਆਪਣੇ ਉਸ ਇੱਕ ਨੌਕਰ ਨਾਲ ਰੱਖੇ। ਇਹ ਰਾਣੀ ਦਾ ਕੁਕਰਮ ਵੇਖਿਆ ਰਾਜੇ ਨੇ, ਬੜਾ ਦੁਖੀ ਹੋਇਆ ਮਨ ਵਿੱਚ। ਧਰਮੀ ਰਾਜਾ ਸੀ। ਸਾਧ ਸੰਗਤ ਜੀ ਫਿਰ ਉਸ ਨੇ ਨਾ ਰਾਜ ਤਿਆਗ ਦਿੱਤਾ ਸੀ, ਰਾਜ ਹੀ ਤਿਆਗ ਦਿੱਤਾ ਆਪਣੀ ਰਾਣੀ ਦਾ ਕੁਕਰਮ ਦੇਖ ਕਰਕੇ। ਫਿਰ ਉਹ ਸਿੱਧਾ ਹੀ ਚੰਗੀ ਤੌਰ 'ਤੇ ਸਿੱਧੇ ਤੌਰ 'ਤੇ ਫਿਰ ਜੋਗੀ ਜੀ ਕੋਲ ਜਾ ਵੜਿਆ ਸੀ। ਅਤੇ ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਲਿਖਿਆ, ਕਹੋ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਵੇ ਏਕੰ। ਭਰਤਰੀ ਜੋਗੀ ਬਾਰੇ ਗੁਰੂ ਨਾਨਕ ਸਾਹਿਬ ਦਾ ਵੀ ਸ਼ਬਦ ਬਾਣੀ ਵਿੱਚ ਆਉਂਦਾ। ਤੋ ਸਾਧ ਸੰਗਤ ਜੀ ਇਸ ਪ੍ਰਕਾਰ ਫਿਰ ਜੋਗ ਧਾਰਨ ਕਰ ਰਿਹਾ, ਇਹ ਵਿਰਾਗ ਹੋ ਗਿਆ ਬਹੁਤਾ। ਉਦੋਂ ਵਿਰਾਗ ਸ਼ਤਕ ਗ੍ਰੰਥ ਲਿਖਿਆ ਨੇ ਉਸ ਸਮੇਂ ਦੌਰਾਨ, ਇਹ ਬਹੁਤ ਵਿਰਾਗ ਹੈ। ਇਸ ਸੰਸਾਰ ਦੇ ਲੋਕ ਐਸੇ ਹੁੰਦੇ ਨੇ, ਉਹ ਭਰਤਰੀ ਜੋਗੀ ਹੈ, ਉਹਦੇ ਬਾਰੇ ਲਿਖਿਆ ਹੈ। ਭੱਟ ਜੀ ਕਹਿ ਰਹੇ ਨੇ ਉਹ ਭਰਤ ਜੋ ਰਾਜ ਛੱਡ ਕੇ ਜੋਗੀ ਬਣ ਗਿਆ ਭਰਤਰੀ,
ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇਰੇ ਗੁਣਾਂ ਨੂੰ ਗਾਉਂਦਾ ਹੈ। ਭਰਥਰ ਗਣੋਚਰ ਹੈ ਸਦਾ ਗੁਰ ਸੰਗ ਰਹੰਤੋ, ਆਪਣੇ ਗੁਰੂ ਗੋਰਖ ਦੇ ਨਾਲ ਹਮੇਸ਼ਾ ਰਹਿੰਦਾ ਹੋਇਆ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਭਰਥਰੀ ਜੋਗੀ ਤੁਹਾਡੇ ਗੁਣ ਗਾਇਨ ਕਰ ਰਿਹਾ ਹੈ, ਤੁਹਾਡੀ ਸੱਚੀ ਸੋਭਾ ਕਰ ਰਿਹਾ ਹੈ। ਇਹ ਭਰਥਰੀ ਜੋਗੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨਾਲ ਵੀ ਇਹਦਾ ਮਿਲਾਪ ਹੋਇਆ। ਇਹ ਜਿੱਥੇ ਆਪਣੇ ਮੇਲਾ ਲੱਗਦਾ ਨਾ, ਇੱਥੇ ਨੇੜੇ ਜੇ ਮਾਘੀ ਦਾ ਮੇਲਾ ਕਿੱਥੇ ਲੱਗਦਾ? ਇੱਥੇ ਹੈ ਨਹੀਂ ਨਹੀਂ, ਮੁਕਤਸਰ ਸਾਹਿਬ ਤਾਂ ਵੱਡੀ ਦੂਰ ਆ। ਇੱਥੇ ਨੇੜੇ ਲੋਕ ਆਪਣੇ ਇਲਾਕੇ ਦੇ ਜਾਂਦੇ ਆ। ਹਾਂ ਜੀ, ਤਖਤੂਪੁਰੇ ਜੀ, ਤਖਤੂਪੁਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਏ ਨੇ। ਉੱਥੇ ਭਰਥਰੀ ਜੋਗੀ ਵੀ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਆਇਆ ਸੀ। ਉੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਸੁਭਾਇਮਾਨ ਹੈ, ਅਤੇ ਭਰਥਰੀ ਜੋਗੀ ਦਾ ਉੱਥੇ ਵੀ ਜੋ ਸਾਧ ਸੰਗਤ ਜੀ ਅਸਥਾਨ ਹੈ, ਇਹ ਉਹ ਭਰਥਰੀ ਜੋਗੀ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਵੀ ਸਥਾਨ ਹੈ ਉੱਥੇ। ਮੇਰਾ 6ਵੇਂ ਪਾਤਸ਼ਾਹ ਮਹਾਰਾਜ ਜੀ ਵੀ ਆਏ ਨੇ ਉੱਥੇ। ਤਾਂ ਮੈਂ ਚੰਗੀ ਤਰ੍ਹਾਂ ਦਰਸ਼ਨ ਨਹੀਂ ਕੀਤੇ, ਪਾਠ ਬੋਧ ਵੇਲੇ ਗਿਆ ਸੀ। ਕੁਦਰਤੀ ਬਸ ਮਹਾਂਪੁਰਸ਼ਾਂ ਨੇ ਅਸੀਂ ਸੇਵਾਵਾਂ ਲਾਈਆਂ, ਅਤੇ ਉਹ ਜਿੱਥੇ ਉਹ ਭੇਜਦੇ ਸਨ ਉੱਥੇ ਜਾਂਦੇ। ਨਾਲ ਨੇੜੇ ਹੈ, ਉੱਥੇ ਕਿਤੇ ਖੁੱਲ੍ਹੇ ਦਰਸ਼ਨ ਨਹੀਂ ਕਰ ਸਕੇ ਤਖਤੂਪੁਰੇ ਸਾਹਿਬ ਜੀ ਸਾਧ ਸੰਗਤ ਜੀ। ਉੱਥੇ ਵੀ ਭਰਥਰੀ ਜੋਗੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਾਲ ਆਇਆ। ਆਪਣੇ ਇਲਾਕੇ ਵਿੱਚ ਆ, ਮੋਗੇ ਦੀ ਗੱਲ, ਮੋਗੇ ਜ਼ਿਲ੍ਹਾ ਪੈਂਦਾ ਨਾ। ਤੋ ਉਹ ਭਰਥਰੀ ਜੋਗੀ ਵੀ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਗੁਣ ਗਾਇਨ ਕਰ ਰਿਹਾ ਹੈ। ਭਰਥਰ ਗਣੋਚਰੈ ਸਦਾ ਗੁਰ ਸੰਗ ਰਹੰਤੋ, ਭਰਥਰੀ ਜੋਗੀ ਆਪਣੇ ਗੁਰੂ ਗੋਰਖਨਾਥ ਨਾਲ ਰਹਿੰਦਾ ਹੋਇਆ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਪਵਿੱਤਰ ਵਡਿਆਈ ਕਰ ਰਿਹਾ ਹੈ। ਦੂਰਬਾ ਪਰੂਰੋ ਅੰਗੁਰੈ ਗੁਰ ਨਾਨਕ ਜਸ ਗਾਇਓ। ਦੂਰਬਾ ਹੈ ਦੁਰਭਾਸ਼ਾ ਰਿਖੀ। ਸਾਧ ਸੰਗਤ ਯਾਦਵਾਂ ਦਾ ਕੁਲ ਗੁਰੂ ਹੋਇਆ, ਕ੍ਰਿਸ਼ਨ ਜੀ ਦਾ ਕੁਲ ਗੁਰੂ ਹੋਇਆ ਦੁਰਭਾਸ਼ਾ, ਉਹਦਾ ਨਾਮ ਦੂਰਬਾ ਲਿਖਿਆ। ਦੂਰਬਾ ਪਰੂਰ ਰਾਜਾ ਹੋਇਆ, ਅਤੇ ਅੰਗਰੈ ਰਿਖੀ ਹੋਇਆ। ਇਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਸੱਚੀ ਸੁੱਚੀ ਵਡਿਆਈ ਹਮੇਸ਼ਾ ਹੀ ਕਰਦੇ ਰਹਿੰਦੇ ਨੇ। ਦੁਰਭਾਸ਼ਾ ਰਿਖੀ ਬਾਰੇ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਪਾਵਨ ਪਵਿੱਤਰ ਬਾਣੀ। ਦੁਰਭਾਸ਼ਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਦੁਰਭਾਸ਼ਾ ਰਿਖੀ ਜੀ ਨਾਲ ਜੋ ਠਗੌਰੀ ਮਖੌਲ ਕੀਤਾ ਜਾਦਵਾਂ ਦੇ ਮੁੰਡਿਆਂ ਨੇ ਇਕੱਠੇ ਹੋ ਕੇ, ਕਹਿੰਦੇ ਵੀ ਸਾਧੂਆਂ ਸੰਤਾਂ ਨੂੰ ਜਿਹੜਾ ਮਖੌਲ ਮਸ਼ਕਰੀ ਵੀ ਨਹੀਂ ਕਰਨਾ ਚਾਹੀਦਾ। ਸਾਧਨ ਛੇਤੀ ਮਸ਼ਕਰੀ ਕੁਲ ਖੋਵਣ ਕੀ ਬਾਣ। ਸਾਧ ਸੰਤ ਨੂੰ ਕਿਸੇ ਨੂੰ ਮਖੌਲ ਕਰਨਾ, ਟਿੱਚਰ ਕਰਨੀ, ਕੁਲਾਂ ਦਾ ਨਾਸ ਕਰਨ ਦੇ ਸਮਾਨ ਹੁੰਦਾ। ਇਹ ਵੀ ਮਹਾਰਾਜ ਨੇ ਲਿਖਣਾ ਕੀਤਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ 'ਚ ਇਸ਼ਾਰੇ ਮਾਤਰ ਹੈ, ਅਤੇ ਤਾਂ ਹੀ ਤਾਂ ਵਿਦਵਾਨ ਲੋਕਾਂ ਨੇ ਮਹਾਂਪੁਰਸ਼ਾਂ ਨੇ ਕਿਹਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸੇ ਸਾਡੇ ਮਹਾਨ ਗੁਰੂ ਨੇ, ਸ਼ਬਦ ਗੁਰੂ ਨੇ, ਇਹਨਾਂ ਦੀ ਵਿਆਖਿਆ ਸਾਰੀ ਦਸਮ ਗੁਰੂ ਗ੍ਰੰਥ ਸਾਹਿਬ ਹੈ। ਕਥਾ ਉਧਰ ਹੈ, ਇੱਧਰ ਤਾਂ ਇੰਨੀ ਪੰਕਤੀ ਹੈ ਵੀ ਦੁਰਭਾਸ਼ਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜੋ ਠਗੌਰੀ ਕੀਤੀ ਜਾਦਵਾਂ ਨਾਲ, ਜਾਦਵਾਂ ਦੇ ਬੱਚਿਆਂ ਨੇ ਦੁਰਭਾਸ਼ਾ ਦੇ ਨਾਲ ਮਸ਼ਕਰੀ ਕੀਤੀ, ਉਹ ਕਿਹੜੀ ਸੀ? ਉਹ ਇਸ ਪ੍ਰਕਾਰ ਆਉਂਦੀ ਸਾਖੀ ਸਾਧ ਸੰਗਤ ਜੀ। ਉਹ ਵੀ ਦੁਰਭਾਸ਼ਾ ਰਿਖੀ ਜੀ ਆਪਣੇ ਅਸਥਾਨ 'ਤੇ ਜਾਪ ਤਪ ਕਰਦੇ ਸਨ, ਅਤੇ ਇਹਨਾਂ ਦਾ ਕੁਲ ਗੁਰੂ ਸੀ ਯਾਦਵਾਂ ਦਾ। ਯਾਦਵਾਂ ਦੇ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ। ਯਾਦਵਾਂ ਦੇ ਮੁੰਡੇ ਇਕੱਠੇ ਹੋ ਕੇ ਇੱਕ ਦਿਨ ਖੇਡੀ ਜਾਂਦੇ ਨੇ, ਅਤੇ ਉਹਨਾਂ ਨੇ
ਮਾਹੌਲ ਕਰਨਾ ਚਾਹਿਆ। ਆਪਾਂ ਚਲੇ ਗਏ ਸੰਤਾਂ ਕੋਲੇ, ਚਲੇ ਗਏ, ਚਲ ਤੁਰ ਗਏ ਜੀ। ਖੇਡਦਿਆਂ ਖੇਡਦਿਆਂ ਐਸਾ ਕੀਤਾ, ਕਹਿੰਦੇ ਵੀ ਇੱਕ ਕੱਪੜੇ ਜੇ ਇਕੱਠੇ ਕਰਕੇ ਨਾ ਇੱਕ ਮੁੰਡੇ ਦੇ ਪੇਟ ਥੱਲੇ ਕੱਪੜੇ ਝੱਗੇ ਥੱਲੇ ਦੀ ਦਿੱਤੇ, ਕੁੜਤੇ ਥੱਲੇ ਦੀ ਕਹਿ ਲਓ, ਉਹਦਾ ਜਿਹੜਾ ਢਿੱਡ ਜਿਹਾ ਵੱਡਾ ਬਣਾ ਦਿੱਤਾ, ਐਸਾ ਜਿਵੇਂ ਉਹ ਅਸੀਂ ਸਾਰੇ ਇਸ ਤਰ੍ਹਾਂ ਹੀ ਆਏ ਨਾ, ਜੋ ਮਾਈਆਂ ਬੀਬੀਆਂ ਨੂੰ ਬੱਚਾ ਪੈਦਾ ਹੋਣ ਵਾਲਾ ਹੁੰਦਾ, ਅਤੇ ਉਹਨੂੰ ਇੱਦਾਂ ਬਣਾ ਦਿੱਤਾ। ਅਤੇ ਕਹਿੰਦੇ ਜੀ ਇਹਨੂੰ ਸੰਤ ਜੀ ਦੱਸੋ, ਕਹਿੰਦੇ ਇਹਨੂੰ ਕੀ ਪੈਦਾ ਹੋਊਗਾ, ਇਹ ਕੀ ਜੰਮੂ, ਕਹਿੰਦੇ ਐਂ ਮਾਹੌਲ ਕੀਤਾ ਮਹਾਂਪੁਰਸ਼ਾਂ ਨੂੰ, ਦੁਰਵਾਸਾ ਜੀ ਨੂੰ, ਯਾਦਵਾਂ ਦੇ ਮੁੰਡਿਆਂ ਨੇ। ਤੋ ਅੰਤਰਜਾਮੀ ਸਨ ਮਹਾਤਮਾ ਲੋਕ, ਉਹ ਕਹਿੰਦੇ ਇਹਨੂੰ ਸੋਨੂੰ ਨਾਸ਼ ਕਰਨ ਵਾਲੇ ਦੇ ਪੇਟੋਂ ਪੈਦਾ ਹੋਊਗਾ। ਉਹਨਾਂ ਨੇ ਮਾਹੌਲ ਕੀਤਾ, ਇੱਕ ਮੁੰਡੇ ਨੂੰ ਲੈ ਗਏ ਇਸ ਪ੍ਰਕਾਰ ਬਣਾ ਕੇ, ਕੱਪੜਿਆਂ ਨਾਲ ਉਹਦਾ ਪੇਟ ਜਿਹਾ ਵੱਡਾ ਕਰ ਦਿੱਤਾ। ਅਤੇ ਉਹ ਸੰਤਾਂ ਨੂੰ ਕਹਿੰਦੇ, ਦੁਰਵਾਸਾ ਜੀ ਨੂੰ ਕਹਿੰਦੇ ਵੀ ਗੁਰੂ ਜੀ ਦੱਸੋ ਇਹਦੇ ਪੇਟੋਂ ਕੀ ਪੈਦਾ ਹੋਊਗਾ, ਭਾਵ ਮੁੰਡਾ ਕਿ ਕੁੜੀ, ਮਾਹੌਲ ਸੀ। ਉਹ ਕਹਿੰਦਾ ਇਹਦੇ ਪੇਟੋਂ ਤੁਹਾਨੂੰ ਨਾਸ਼ ਕਰਨ ਵਾਲਾ ਪੈਦਾ ਹੋਊਗਾ, ਸਾਰੇ ਨਾਸ਼ ਹੋਵੋਗੇ। ਇਹ ਵਚਨ ਕਰਤਾ ਦੁਰਵਾਸਾ ਜੀ ਨੇ। ਜਿਹਦਾ ਦੁਰਵਾਸਾ ਸਭ ਕਰਤ ਠਗੌਰੀ, ਜਾਦਵੇ ਫਲ ਪਾਏ। ਠਗੌਰੀ ਕੀਤੀ ਸੀ, ਮਖੌਲ ਕੀਤਾ ਸੀ, ਫਲ ਕਿਹੜੇ ਫਿਰ ਪਾਏ। ਉਦੋਂ ਹੀ ਇਹ ਨਿਰਾਸ਼ਤਾ ਹੋ ਗਏ ਆ। ਪਰ ਜਦੋਂ ਪੇਟ ਜਿਹਾ ਝਾੜਿਆ ਨਾ, ਕੱਢੇ ਕੱਪੜੇ ਜੇ, ਇੱਕਦਮ ਤੋਂ ਕਹਿੰਦੇ ਗੋਲਾ ਜਿਹਾ ਸੀਗਾ ਲੋਹੇ ਦਾ, ਉਹ ਥੱਲੇ ਡਿੱਗਿਆ, ਉਹ ਪੈਦਾ ਹੋ ਗਿਆ। ਉਹ ਚੱਕ ਕੇ ਲੈ ਕ੍ਰਿਸ਼ਨ ਜੀ ਕੋਲੇ। ਕ੍ਰਿਸ਼ਨ ਜੀ ਅਸੀਂ ਤਾਂ ਮਖੌਲ ਕੀਤਾ ਸੀਗਾ, ਅਤੇ ਸਾਨੂੰ ਮਹਾਰਾਜ ਜੀ ਨੇ ਸ਼ਰਾਪ ਦੇ ਦਿੱਤਾ। ਕਹਿੰਦਾ ਤੁਸੀਂ ਬਹੁਤ ਮਾੜੀ ਗੱਲ ਕੀਤੀ। ਕ੍ਰਿਸ਼ਨ ਜੀ ਕਹਿੰਦੇ ਸਾਧੂਆਂ ਨੇ ਐਸਾ ਨਹੀਂ ਕਰੀਦਾ, ਤੁਸੀਂ ਚੰਗਾ ਨਹੀਂ ਕੀਤਾ। ਇਹ ਹੁਣ ਬਚਨ ਉਹਨਾਂ ਦਾ ਸੱਤ ਹੋਣਾ। ਫਿਰ ਮਹਾਂਪੁਰਸ਼ ਸਾਖੀ 'ਚ ਵੀ ਦੱਸਦੇ ਹੁੰਦੇ ਸਨ। ਫਿਰ ਕਹਿੰਦੇ ਇਉਂ ਕਰੋ, ਲਿਆਓ ਇਹਨੂੰ, ਇਹ ਹੁਣ ਫੁੱਟ ਜਾਵੇ, ਪਟਾਕਾ ਪੈ ਜੂ ਸਭ ਦਾ ਹੀ, ਹੁਣੇ ਉਡਾ ਦੂ ਸਾਰਿਆਂ ਨੂੰ। ਇਹ ਬਚਨ ਆ ਸਾਧੂ ਦਾ। ਅਤੇ ਕਹਿੰਦੇ ਉਹਨੇ ਫਿਰ ਜਮਨਾ ਦੇ ਵਿੱਚ ਉਹਨੂੰ ਲੈ ਕੇ ਨਾ, ਰੇਤੀ ਕਟੋਰੇ ਨਾਲ ਰੇਤੀ ਗਏ, ਉਹਦਾ ਬੂਰਾ ਜਿਹਾ ਬਣ ਗਿਆ ਸਾਰਾ। ਉਹ ਬੂਰੇ ਦਾ ਫਿਰ ਦੱਬ ਜੀ ਬਣ ਗਈ, ਉਹ ਵੀ ਸ਼ਸਤਰ ਬਣ ਗਏ। ਆਸ ਵਿੱਚ ਦੀ ਕੱਟ ਵੱਢ ਕੇ ਮਰ ਗਏ ਸਾਧ ਸੰਗਤ ਜੀ। ਇਹ ਖਾਣੇ ਦੱਸਦੇ ਵੀ 7 ਖੂਣੀਆਂ ਨਾਸ਼ ਹੋ ਗਈਆਂ ਸਨ ਲੜ ਕੇ। ਉਹ ਇਹ ਫਿਰ ਉਹਨਾਂ ਨੂੰ ਬਚਨ ਕਰਨ ਦਾ, ਜੋ ਮਖੌਲ ਕਰਨ ਦਾ, ਇਹਨਾਂ ਨੂੰ ਇਹ ਸਾਧ ਸੰਗਤ ਜੀ ਸ਼ਰਾਪ ਮਿਲ ਗਿਆ। ਮਹਾਂਪੁਰਸ਼ਾਂ ਦੇ ਕੋਲੋਂ ਬਚਨ ਹੋ ਗਿਆ। ਦੁਰਵਾਸਾ ਸੋ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਉਹ ਰਿਸ਼ੀ ਦੁਰਵਾਸਾ ਜੀ ਲਿਖਿਆ। ਦੂਰਵਾ ਤੋਂ ਭਾਵ ਆ ਦੁਰਵਾਸਾ ਲਿਖੀ, ਜੋ ਪਾਂਡਵਾਂ ਦੇ ਕੁਲ ਗੁਰੂ ਨੇ। ਉਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਐਸੇ ਲਿਖੀ ਕਲਾਵਾਨ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਨੂੰ ਹੀ ਮੰਨਦੇ ਨੇ। ਕੱਲ੍ਹ ਭੱਟ ਜੀ ਕਹਿ ਰਹੇ ਨੇ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਰਿਸ਼ੀ ਮੁਨੀ ਤੁਹਾਡਾ ਹੀ ਗੁਣ ਗਾਉਂਦੇ ਨੇ। ਅੰਗਰ ਦੂਰਵਾ ਪਰੂਰ ਰਾਜਾ ਹੈ, ਇਹ ਵੀ ਧਰਮੀ ਰਾਜਾ ਹੋਇਆ, ਵਿਦਵਾਨ ਰਾਜਾ ਹੋਇਆ। ਇਹ ਮਹਾਰਾਜ ਪਰੂਰ ਰਾਜਾ ਵੀ, ਪੁਰੂ ਰਾਜਾ ਵੀ ਤੁਹਾਡਾ ਗਾਇਨ ਕਰ ਰਿਹਾ ਹੈ। ਅੰਗਰੈ ਰਖੀ ਵੀ ਮਹਾਰਾਜ, ਇਹ ਤੁਹਾਡਾ ਹੀ ਜਾਪ ਕਰ ਰਿਹਾ ਹੈ। ਅੰਗਰੈ ਰਖੀ ਬਾਰੇ ਸਾਧ ਸੰਗਤ ਜੀ, ਇਹ 7 ਰਿਖੀ ਹੋਏ ਨਾ ਜਿਹੜੇ ਮਹਾਨ, ਕਈ ਵਾਰੀ ਉਹ ਸੰਤ ਦਿਖਾਉਂਦੇ ਹੁੰਦੇ ਸਨ, ਜਾਂ ਪੁਰਾਣਿਆਂ ਨੂੰ ਸਭ ਪਤਾ ਹੈ ਵੀ ਰਾਤ ਨੂੰ ਕਹਿੰਦੇ ਉਹ ਦੇਖੋ ਧਰੂ ਤਾਰਾ, ਅਤੇ ਧਰੂ ਦੁਆਰੇ ਦੇ ਉਹਦੇ ਦੁਆਲੇ ਦੁਆਲੇ 7 ਤਾਰੇ ਹੋਰ ਹੁੰਦੇ ਨੇ, ਉਹ 7 ਰਿਖੀ ਨੇ। ਤੁਸੀਂ ਦੇਖੋ ਨਾ ਹੁਣ ਵੀ ਕਦੇ ਰਾਤ ਨੂੰ 10-11 ਵਜੇ ਦੇਖੋ, ਉੱਤਰਾਖੰਡ ਵੱਲ ਆਕਾਸ਼ 'ਚ ਥੋੜ੍ਹਾ ਜਿਹਾ ਰਾਜਾ ਵਾਹਿਗੁਰੂ ਇੱਕ ਤਾਰਾ ਟਿਮਕਦਾ ਰਹਿੰਦਾ, ਬਾਕੀ ਸਾਰੇ ਤਾਰਾ ਮੰਡਲ ਜੋ ਗਤੀ ਕਰਦਾ ਰਹਿੰਦਾ, ਪਰ ਉਹ ਅਚਲ ਰਹਿੰਦਾ। ਇਹ 7 ਜਿਹੜੇ ਤਾਰੇ ਉਹਦੀ ਪਰਿਕਰਮਾ ਕਰਦੇ ਹੁੰਦੇ, ਦੇਖਿਆ ਕਰੋ, ਦਿਸਦੇ ਨੇ ਹੁਣ ਵੀ। ਰਾਤ ਨੂੰ ਦੇਖੀਏ ਅਤੇ ਸੁਬਾਹ 4 ਵਜੇ ਦੇਖੀਏ ਉੱਠ ਕੇ, ਜਾਂ 3 ਵਜੇ ਉਹਨਾਂ ਦਾ ਪਰਿਕਰਮਾ ਕਰਦੇ ਹੋ, ਇਹ ਦੇਖਿਆ ਕਰੋ, ਸੁਬਾਹ ਦਿਖਾ ਸਕਦੇ। ਉਹ 7 ਰਿਖੀ ਨੇ, ਉਹਨਾਂ ਵਿੱਚੋਂ ਅੰਗਰੈ ਰਿਖੀ ਹੈ ਸਾਧ ਸੰਗਤ ਜੀ।
ਉਹਨਾਂ ਵਿੱਚੋਂ ਹੀ ਭ੍ਰਿਗੂ ਰਿਖੀ ਜੀ ਹੋਏ ਨੇ। ਇਹ ਉਹ ਰਿਖੀ ਨੇ ਸਾਰੇ, ਉਹ ਸਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਹੇ ਨੇ। ਉਹ ਕੱਲ੍ਹ ਮੈਂ ਇੱਕ ਯਾਤਰਾ ਕਰ ਰਹੇ ਸਾਂ, ਨਾਲ ਨਾਲ ਉਹ ਪ੍ਰਿਗਲਤਾ ਦੀ ਗੱਲ ਸੁਣਾਈ ਸੀ, ਭ੍ਰਿਗੂ ਰਿਖੀ ਕੌਣ ਆ। ਹੁਣ ਇੱਥੇ ਵਿਸਤਾਰ ਬਹੁਤਾ ਹੋ ਜਾਵੇਗਾ, ਆਪਾਂ ਚਲੋ ਸਮਾਪਤੀ ਵੱਲ ਨੂੰ ਜਾ ਰਹੇ ਹਾਂ। ਅਤੇ ਉਹਦੀ ਕਿਤੇ ਫੇਰ ਬਚਾਇਆ ਭ੍ਰਿਗੂ ਰਿਖੀ ਜੋ, ਜਿਹਦੀ ਲੱਤ ਹਮੇਸ਼ਾ ਸਾਰੇ ਅਵਤਾਰਾਂ ਦੇ ਪੇਟ 'ਤੇ ਲੱਗੀ ਹੁੰਦੀ, ਪੈੜ। ਇਹਦੀ ਵਿਚਾਰ ਕਿਤੇ ਫੇਰ ਖੋਲਾਂਗੇ, ਗੁਰੂ ਪਾਤਸ਼ਾਹ ਰਹਿਮਤ ਕਰਨ। ਤੋ ਕੱਲ੍ਹ ਨਾਮੇ ਭੱਟ ਜੋ ਰਿਗਵੇਦ ਦਾ ਅਵਤਾਰ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਜ਼ੂਰ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਕਰ ਰਿਹਾ ਹੈ। ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੁਹਾਨੂੰ ਭਰਤਰੀ ਜੋਗੀ ਵਰਗੇ ਭਰਤਰ ਗੁਣ ਚਰਾਏ, ਸਦਾ ਗੁਰ ਸੰਗ ਰਹੰਤੋ, ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਉਸ ਨੂੰ ਭਰਤਰੀ ਜੋਗੀ ਵਰਗੇ ਗਾਇਨ ਕਰਦੇ ਨੇ। ਮਹਾਰਾਜ ਸੋਨੂੰ ਦੁਰਵਾਸਾ ਵਰਗੇ ਮਹਾਨ ਮਹਾਂਪੁਰਸ਼ ਰਿਖੀ ਜਿਹੜੇ ਜਾਦਵ ਕੁਲ ਦੇ ਗੁਰੂ ਕੁਲ ਗੁਰੂ ਸਨ, ਉਹ ਵੀ ਤੁਹਾਡਾ ਜਾਪ ਕਰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਪੁਰੂ ਰਾਜੇ ਵਰਗੇ ਤੁਹਾਡਾ ਜਾਪ ਕਰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਉਹ ਅੰਗਰਾ ਰਿਖੀ ਵਰਗੇ 7 ਰਿਖੀਆਂ ਵਿੱਚੋਂ ਜੋ ਮੁਖੀ ਹੈ, ਇਸ ਨੂੰ ਦੇਵਤਿਆਂ ਦਾ, ਇਸ ਰਿਖੀ ਨੂੰ ਪ੍ਰੋਤ ਵੀ ਕਿਹਾ ਜਾਂਦਾ ਸਤ ਸੰਗਤ ਜੀ। ਐਸੇ ਐਸੇ ਰਿਖੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਉਹ ਤੁਹਾਡੀ ਵਡਿਆਈ ਕਰਦੇ, ਸ਼ੋਭਾ ਕਰਦੇ ਆਪਣੇ ਕਲਿਆਣ ਲਈ। ਕਾਬ ਕਲ ਸੁਜਾਸ ਨਾਨਕ ਗੁਰ। ਕਾਬ ਕਲੀ, ਵਾਹਿਗੁਰੂ, ਕਵੀ ਜੋ ਕਲ ਹੈ, ਰਿਗਵੇਦ ਦਾ ਅਵਤਾਰ ਹੈ, ਉਹ ਕਹਿ ਰਿਹਾ ਕਾਬ ਕਾਲ ਸੁਜਾਸ ਨਾਨਕ। ਸੁਜਸ ਨਾਨਕ ਗੁਰ। ਸੁਜਸ ਹੁੰਦਾ, ਇੱਕ ਹੁੰਦਾ ਜਸ, ਇਹਦੇ ਲਿਖਿਆ ਸੁਜਸ, ਜਸ ਆਮ ਜਸ ਕਰਨਾ। ਇਹ ਕਹਿੰਦਾ ਸੁਜਸ ਪਵਿੱਤਰ ਜਸ ਕਰਨਾ, ਜਿਸ ਜਸ ਕਰਕੇ ਸਾਡਾ ਕਲਿਆਣ ਹੀ ਹੋ ਜਾਵੇ, ਉਹਦਾ ਪਵਿੱਤਰ ਜਸ ਸੁਜਸ। ਇਹ ਧਿਆਨ ਰੱਖਿਆ ਕਰੋ। ਤਾਂ ਕਰਕੇ ਇੱਥੇ ਸੱਸੇ ਦੀ ਵਿਸ਼ੇਸ਼ਤਾ ਹੈ, ਇੱਕ ਜਸ ਹੈ, ਇੱਕ ਸੁਜਸ ਹੈ। ਕਬ ਕਾਲ ਸੁਜਸ ਨਾਨਕ ਗੁਰ, ਘਟ ਘਟ ਸਹਿਜ ਘਟ ਘਟ ਸਹਿਜ ਸਮਾਇ। ਸਹਿਜ ਸਮਾਇਓ। ਇਹ ਗੁਰੂ ਨਾਨਕ ਸਾਹਿਬ ਤੁਹਾਡਾ ਜੋ ਪਵਿੱਤਰ ਜਸ ਨਾ, ਘਟ ਘਟ ਦੇ ਵਿੱਚ ਇਹ ਸਮਾਇਆ ਹੋਇਆ, ਸਹਿਜ ਗਿਆਨ ਸਹਿਤ ਸਮਾਇਆ ਹੋਇਆ ਹੈ। ਸਹਿਜ ਸੁਭਾਵਕ ਹੀ ਮਹਾਰਾਜ ਤੁਹਾਡਾ ਜਸ ਛਾਇਆ ਹੋਇਆ ਸਾਰੀਆਂ ਘਟਾਂ ਘਟਾਂ ਵਿੱਚ। ਘਟ ਘਟ ਮੈਂ, ਘਟ ਘਟ ਹਰੇਕ ਹਿਰਦੇ ਵਿੱਚ ਸਹਿਜ ਸੁਭਾਵਕ ਹੀ ਮਹਾਰਾਜ ਤੁਹਾਡੇ ਗੁਣ ਸਾਰੇ ਲੋਕ ਆਕਾਸ਼ਾਂ ਪਤਾਲਾਂ ਦੇ ਵੀ ਗਾਇਨ ਕਰ ਰਹੇ ਹਨ। ਸਹਿਜ ਸਮਾਇਓ, ਸਹਿਜ ਸੁਭਾਵਕ ਹੀ, ਧੰਨ ਗੁਰੂ ਨਾਨਕ ਮੁੱਖੋਂ ਨਿਕਲ ਜਾਣਾ, ਸਹਿਜ ਸੁਭਾਵਕ। ਉਹ ਕਵੀ ਜੀ ਕਹਿ ਰਹੇ ਨੇ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਤੁਹਾਡਾ ਪਵਿੱਤਰ ਜਸ ਹਰੇਕ ਹਿਰਦੇ ਵਿੱਚ ਸਹਿਜ ਸੁਭਾਵਕ ਹੀ ਛਾਇਆ ਹੋਇਆ ਹੈ। ਸਹਿਜ ਸੁਭਾਵ ਕੀ ਤੁਹਾਡੀ ਸ਼ੋਭਾ ਸਾਰੇ ਕਰ ਰਹੇ ਹਨ। ਹਾਂ ਸਮਾਪਤ। ਸਾਧ ਸੰਗਤ ਜੀ, ਇਸ ਤੱਕ ਇਹ 10 ਵਈਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸ਼ੋਭਾ ਦੇ ਵਿੱਚ ਗਾਉਣ ਕੀਤੇ, ਵਡਿਆਈ ਕੀਤੀ ਆ ਗੁਰੂ ਅਰਜਨ ਦੇਵ ਸਾਹਿਬ ਦੇ ਹਜ਼ੂਰ। ਤੇ ਇਸੇ ਪ੍ਰਕਾਰ ਹੀ ਫਿਰ ਇਹਨਾਂ ਦਾ ਨਾਮ ਹੈ ਸਵਈਏ ਮਹੱਲੇ ਪਹਿਲੇ ਕੇ। ਇੱਥੇ ਸੰਪੂਰਨਤਾ ਹੋ ਚੁੱਕੀ ਜਿਹਨਾਂ ਦੀ। ਅਤੇ ਇਸ ਤੋਂ ਅੱਗੇ ਚੱਲਦੇ ਨੇ ਸਵਈਏ ਮਹੱਲੇ ਦੂਜੇ ਕੇ, ਫਿਰ ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ। ਅਤੇ ਚੌਥੇ ਪਾਤਸ਼ਾਹ ਦੇ ਜਿਹੜੇ ਸਵਈਏ ਨੇ, ਉਹਨਾਂ ਵਿੱਚ ਆਉਂਦਾ ਵਾਹਿਗੁਰੂ 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 ਵਾਹਿ ਜੀਓ। ਉੱਥੇ 13 ਵਾਰ ਵਾਹਿਗੁਰੂ 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 ਹੁੰਦਾ, 13 ਵਾਰ। ਇਹ ਮੈਨੂੰ ਦੱਸਣ ਦੀ ਤਾਂ ਲੋੜ ਪੈ ਗਈ ਸਾਧ ਸੰਗਤ ਜੀ। ਇੱਥੇ ਪਿੱਛੇ ਸੁਣਿਆ ਸੀ, ਇਹ ਪ੍ਰਚਾਰ ਕੀਤਾ ਗਿਆ ਸੀ ਕਿਸੇ ਅਨਮਤੀ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਵਾਹਿਗੁਰੂ ਨਾਮ ਹੀ ਹੈ ਨਹੀਂ। ਕਾਫੀ ਸਮੇਂ ਦੀ ਗੱਲ ਹੈ, ਇੱਕ ਬੀਬੀ ਸੀ ਪ੍ਰੋਫੈਸਰ, ਅਤੇ ਉਹ ਲੜਕੀ ਸੀ ਨਿਹੰਗ ਸਿੰਘ ਦੀ, ਇੱਕ ਦੀ, ਮੋਗੇ ਤੋਂ। ਇੱਥੇ ਆਉਂਦੀ ਵੀ ਨਹੀਂ ਡੇਰੇ ਆਪਣੇ, ਸ਼ਾਇਦ ਤੁਹਾਨੂੰ ਪਤਾ ਹੋਵੇਗਾ ਪ੍ਰਬੰਧਕਾਂ ਨੂੰ। ਅਤੇ ਉਹ ਸਟੇਜ 'ਤੇ ਬੋਲਦੀ, ਪ੍ਰੋਫੈਸਰ ਸੀ ਲੜਕੀ। ਉਹ ਕੋਈ ਮਸਲਾ, ਚਲੋ ਗ੍ਰਸਤੀ ਲੋਕਾਂ ਨੂੰ ਇਹ ਜਿਹਾ ਪੈ ਜਾਂਦਾ, ਜੋ ਕੋਈ ਮਸਲਾ ਹੋਇਆ ਨਾ, ਅਤੇ ਉਹ ਇੱਥੇ ਆ ਗਏ।
ਉਹ ਗੱਲਬਾਤ ਜਦੋਂ ਹੋਈ ਤੇ ਉਹ ਲੜਕੀ ਨੇ, ਪ੍ਰੋਫੈਸਰ ਨੇ ਸੰਤਾਂ ਨੂੰ ਕਹਿੰਦੀ ਜੀ ਮਹਾਰਾਜ ਦੇ ਵਿੱਚ ਤਾਂ ਕਿ ਵਾਹਿਗੁਰੂ ਦਾ ਨਾਮ ਹੈ ਨਹੀਂ। ਮੈਂ ਕੋਲੇ ਬੈਠਾ ਸਾਂ, ਮਹਾਂਪੁਰਸ਼ ਮੈਨੂੰ ਕਹਿੰਦੇ ਵੀ ਇਹ ਕੌਣ ਕੁੜੀ ਜਾਣਦਾ? ਮੈਂ ਹਾਂਜੀ ਮੈਂ ਜਾਣਦਾ। ਮੈਂ ਵੀ ਰੱਬ ਨਾ ਆਉਂਦੀ ਹੁੰਦੀ ਉੱਥੇ ਬੋਲਦੀ ਹੁੰਦੀ ਹੈ, ਇਹ ਪ੍ਰੋਫੈਸਰ ਆ ਕਹਿੰਦੀ। ਮੈਨੂੰ ਕਹਿੰਦੇ ਜਾ ਲਿਆ ਭਾਗ ਦੂਜਾ ਚੱਕ ਕੇ ਮਹਾਰਾਜ ਨੂੰ ਪਹਿਲਾਂ ਵਾਹਿਗੁਰੂ ਦੇ ਦਰਸ਼ਨ ਕਰਾ। 13 ਵਾਰ ਮਹਾਰਾਜ ਦਾ ਨਾਮ ਆਉਂਦਾ ਮਹੱਲੇ ਚੌਥੇ ਕੇ ਸਵਈਆਂ ਦੇ ਵਿੱਚ। ਤੋ ਇਹ ਵਿਚਾਰ ਹੋਰ ਵੀ ਆ ਵੀ ਉਹਦੇ 'ਚ ਗੱਲ ਵਾੜੀ ਕਿਉਂ ਗਈ ਸੀ। ਅਤੇ ਤਾਂ ਇਹ ਵੀ ਗੱਲ ਆ ਵੀ ਸਾਨੂੰ ਜਿੰਨਾ ਤੱਕ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਨਾ ਕਰ ਲਈਏ, ਕਥਾ ਵਾਲੇ ਗ੍ਰੰਥ ਨਾ ਪੜ੍ਹ ਲਈਏ, ਉਹਨਾਂ ਤੱਕ ਸਟੇਜ 'ਤੇ ਆਉਣਾ ਨਹੀਂ ਚਾਹੀਦਾ। ਅੱਜ ਕੱਲ੍ਹ ਦਾ ਸਾਧ ਸੰਗਤ ਜੀ ਕੋਈ ਵਰਤਾਰਾ ਹੀ ਮਹਾਰਾਜ ਨੇ ਹੋਰ ਚਲਾਇਆ ਹੋਇਆ ਹੈ। ਵੇਖੋ ਵਿਚਾਰੀ ਸਟੇਜਾਂ 'ਤੇ ਬੋਲਿਆ ਕਰੇ, ਉਹਨੂੰ ਭਲੀ ਲੋਕ ਨੂੰ ਇਹ ਨਹੀਂ ਪਤਾ ਸੀ ਗੁਰੂ ਗ੍ਰੰਥ ਸਾਹਿਬ 'ਚ ਵਾਹਿਗੁਰੂ ਹੈ ਕਿ ਨਹੀਂ ਹੈ। ਉਹ ਜਿਵੇਂ ਉਹਨੂੰ ਸਿਖਾਇਆ ਗਿਆ ਸੀਗਾ। ਇਹ ਸਾਡੇ ਲੋਕਾਂ ਨੂੰ ਨਾ ਪੜ੍ਹਿਆ ਲਿਖਿਆ ਨੂੰ ਇਹ ਜਾਨੂੰ ਕਈ ਖਰੀਦਿਆ ਜਾਂਦਾ ਹੈ। ਖਰੀਦਣ ਵਾਲੀਆਂ ਏਜੰਸੀਆਂ ਹੁੰਦੀਆਂ ਨੇ, ਏਜੰਸੀਆਂ ਦੇ ਸੰਤ ਬਣਾ ਕੇ ਬੰਦੇ ਭੇਜੇ ਹੁੰਦੇ ਆ ਵੀ ਕਿਵੇਂ ਲੋਕਾਂ ਨੂੰ ਕਾਬੂ ਕਰਨਾ ਹੈ। ਇਹ ਦੀਰਘ ਵਿਚਾਰਾਂ ਹਨ। ਚਲੋ ਇਸ ਪਾਸੇ ਮੈਂ ਨਹੀਂ ਜਾਣਾ। ਮੈਂ ਬੇਨਤੀ ਕਰਦਾ ਵੀ ਉਸ ਚੌਥੇ ਮਹੱਲੇ ਚੌਥੇ ਕੇ ਜਿਹੜੇ ਸਵਈਏ ਉਹਨਾਂ 'ਚ ਵਾਹਿਗੁਰੂ 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 ਵਾਹਿਜਿਓ। ਅਤੇ ਫਿਰ ਇਹ ਵੀ ਭੱਟਾਂ ਦੇ ਸਵਈਏ ਨੇ। ਫਿਰ ਅੱਗੇ ਸਵਈਏ ਮਹੱਲੇ ਪੰਜਵੇਂ ਕੇ ਸਾਧ ਸੰਗਤ ਜੀ, 5 ਪਾਤਸ਼ਾਹ ਤੱਕ ਇਹ ਗੁਰੂ ਨਾਨਕ ਸਾਹਿਬ ਦੇ 5 ਸਰੂਪਾਂ ਦੀ ਮਹਿਮਾ ਕੀਤੀ ਭੱਟਾਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਅਤੇ ਇਹਨਾਂ ਦੀ ਬਾਣੀ ਮਹਿੰਗੀ ਉਦੋਂ ਇਸ ਸਮੇਂ ਸਾਧ ਸੰਗਤ ਜੀ ਫਿਰ ਸਿਆਣੇ ਪਾਠੀ ਨੂੰ ਲਾਇਆ ਜਾਂਦਾ ਅਤੇ ਸੰਥਿਆ ਕਰਾਉਣ ਲੱਗਿਆ ਇਹਨਾਂ ਦੀ ਮਿਹਨਤ ਵੀ ਜ਼ਿਆਦਾ ਕਰਾਈ ਜਾਂਦੀ। ਭਾਈ ਸਵਈਆਂ ਦੀ ਮਿਹਨਤ ਵੱਧ ਕਰੋ। ਐਸੀ ਪਵਿੱਤਰ ਬਾਣੀ ਹੈ, ਸਾਡੀ ਕਲਿਆਣਕਾਰੀ ਬਾਣੀ ਹੈ। ਉਹਦੀ ਵਿਚਾਰ ਆਪਾਂ ਨੇ ਸਰਵਣ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਸਾਡੀ ਜੇ ਪੜ੍ਹੀ ਸੁਣੀ ਹਾਜ਼ਰੀ ਲੱਗੀ ਦਰਗਾਹ ਵਿੱਚ ਕਬੂਲ ਪਵੇ। ਇਹ ਬੇਨਤੀਆਂ ਕਰਨੀਆਂ। ਤੋ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਉਂ ਗਾਇਨ ਕਰਦੇ ਨੇ ਸਾਰੇ? ਗੁਰੂ ਨਾਨਕ ਸਾਹਿਬ ਜੀ ਸ਼੍ਰੋਮਣੀ ਅਵਤਾਰ ਨੇ। ਕਈ ਦਿਨਾਂ ਸ਼੍ਰੋਮਣੀ ਅਵਤਾਰ ਹੋਰ ਆ, ਉਸਨੂੰ ਸਮਝ ਵੀ ਲੈਣਾ ਸਾਧ ਸੰਗਤ ਜੀ, ਤਹਿ ਤੱਕ ਜਾਣਾ, ਇਹ ਵੀ ਗੱਲ ਹੋਣੀ ਚਾਹੀਦੀ। ਐਵੇਂ ਸ਼੍ਰੋਮਣੀ ਆਪਣੇ ਆਪ ਨੂੰ ਵੱਡਾ ਕਹੀ ਜਾਣਾ ਜਾਂ ਸਾਡਾ ਗੁਰੂ ਹੀ ਤਾਂ ਕਹਿਣਾ ਹੀ ਕਹਿਣਾ ਨਹੀਂ। ਸਾਨੂੰ ਜੇ ਕੋਈ ਪੁੱਛ ਲਏ ਉਹਦੇ ਬਾਰੇ ਕੁਝ ਦੱਸਾਂਗੇ। ਇਹ ਵੀ ਹੋਣਾ ਚਾਹੀਦਾ। ਇਹਦੇ ਬਾਰੇ ਕੁਛ ਬੇਨਤੀਆਂ ਕਰਾਂਗੇ। 6 ਪ੍ਰਕਾਰ ਦੇ ਅਵਤਾਰ ਹੁੰਦੇ ਨੇ। 6 ਪ੍ਰਕਾਰ ਦੇ ਅਵਤਾਰ ਹੁੰਦੇ ਨੇ। ਉਹਨਾਂ ਵਿੱਚੋਂ ਸਾਧ ਸੰਗਤ ਜੀ ਮੈਂ ਇਕੱਲੇ ਦੀ ਵਿਆਖਿਆ ਕਰਕੇ ਸਮਾਂ ਬਹੁਤ ਲੱਗੇਗਾ। ਨਾਂ ਲੈ ਦਿੰਦੇ, ਦੱਸ ਦਿੰਦੇ ਵੀ ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿੱਤ ਅਵਤਾਰ, ਨਿਮਿਤ ਅਤੇ ਪੂਰਨ ਅਵਤਾਰ। ਪੂਰਨ ਅਵਤਾਰ 16 ਕਲਾ ਅਵਤਾਰ ਨੂੰ ਪੂਰਨ ਅਵਤਾਰ ਮੰਨਿਆ ਜਾਂਦਾ ਹੈ। ਜਿਵੇਂ ਸ਼੍ਰੀ ਰਾਮ ਚੰਦਰ ਜੀ 14 ਕਲਾ ਸਨ ਅਤੇ ਕ੍ਰਿਸ਼ਨ ਭਗਵਾਨ ਜੀ 16 ਕਲਾ ਸਨ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ ਉਹ ਸੀ। ਅਤੇ ਜੇ ਇਹਦੀ ਕੋਈ ਸਾਨੂੰ ਪੁੱਛੇ ਵੀ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਬਾਰੇ ਵਿਚਾਰ ਵੀ ਸਾਧ ਸੰਗਤ ਜੀ ਦੱਸਣੀ ਪੈਂਦੀ ਆ ਵੀ ਅਵਤਾਰਾਂ ਦੀ ਸਮਾਨਤਾ ਸ਼ਕਤੀ ਕਰਕੇ, ਵਿਅਕਤੀ ਕਰਕੇ, ਪ੍ਰਗਿਆ ਕਰਕੇ ਅਤੇ ਉਹਦੇ ਉਮਰਾਂ ਆਯੂ ਕਰਕੇ, ਕਰਤੱਵ ਕਰਕੇ ਸਾਰੀ ਜਿਹੜੀ ਉਹ ਕਲਾ ਦੇਖੀ ਜਾ ਸਕਦੀ। ਮਹਾਰਾਜ ਸ਼ਕਤੀ ਕਰਕੇ, ਵਿਅਕਤੀ ਕਰਕੇ, ਪ੍ਰਤਿਗਿਆ ਕਰਕੇ, ਗੁਣਾ ਕਰਕੇ, ਉਮਰਾਂ ਕਰਕੇ ਅਤੇ ਕਰਤੱਵਾਂ ਕਰਕੇ ਸਭ ਤੋਂ ਸ਼੍ਰੋਮਣੀ ਨੇ ਸਾਹਿਬ ਮਹਾਰਾਜ ਜੀ। ਕਰਤੱਵ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਨੇ ਕੀਤੇ ਉਹ ਕਿਸੇ ਨੇ ਨਹੀਂ ਕੀਤੇ। ਆਯੂ ਭਾਵ ਉਮਰਾਂ ਕਰਕੇ ਸੱਚੇ ਪਾਤਸ਼ਾਹ ਸਾਰੇ ਅਵਤਾਰਾਂ ਨਾਲੋਂ ਘੱਟ ਉਮਰ ਸੀ। ਅਤੇ ਸਾਧ ਸੰਗਤ ਜੀ ਉਹ ਫਿਰ ਕਰਤੱਵ ਜੋ ਇਤਨੇ ਜੋ ਮਹਾਰਾਜ ਨੇ ਥੇ ਖਾਰ ਵਾਹਿਗੁਰੂ ਕੌਤਕ ਕੀਤੇ ਨੇ ਉਹ ਦੂਸਰੇ ਅਵਤਾਰ ਨਹੀਂ ਕਰ ਸਕੇ। ਇਹ ਵੱਡੀ ਵਿਸਥਾਰ ਹੈ। ਇਹ ਕਿਤੇ ਵਿਚਾਰ ਵੱਡੀ ਹੈ। ਫੇਰ ਖੋਲਾਂਗੇ ਜੇ ਕੋਈ ਪੁੱਛ ਲਵੇ ਸਾਨੂੰ। ਇੱਕ ਵਾਰੀ ਦੀ ਗੱਲ ਮੇਰੇ ਚਿੱਤੇ ਆ ਗਈ। ਆਪਣੇ ਅਸੀਂ ਨਿਆਣੇ ਸਾਂ ਅਤੇ ਗੁਰਦੁਆਰੇ ਸਾਹਿਬ ਗੁਰੂ ਨਾਨਕ ਸਾਹਿਬ ਦਾ ਅਵਤਾਰ ਮਨਾਇਆ ਜਾ ਰਿਹਾ ਸੀ। ਇਹ ਕਾਫੀ ਲੰਮੇ ਸਮੇਂ ਦੀ ਗੱਲ ਹੈ। ਅਤੇ
ਉਦੋਂ ਭਾਈ ਜੋਰਾ ਸਿੰਘ ਹੋਰੀ ਗ੍ਰੰਥੀ ਹੁੰਦੇ ਸਨ ਇੱਥੇ, ਅਤੇ ਸੰਤ ਦਰਸ਼ਨਾਨੰਦ ਉਹ ਬੋਲਦੇ ਹੁੰਦੇ ਸਨ ਸਟੇਜਾਂ ਦੇ, ਘਰਾਂ 'ਤੇ ਵੀ ਜਾਂ ਕਿਤੇ ਵੀ। ਉਹ ਜੋਰਾਸੋਂ ਅਵਤਾਰ ਮਹਾਰਾਜ ਦਾ ਸੀ ਅਤੇ ਬੋਲਦਾ ਉਹਨੇ ਕਹਿਣਾ ਸੀ ਮਹਾਰਾਜ ਸ਼੍ਰੋਮਣੀ ਅਵਤਾਰ ਆ। ਉਹ ਮਗਰੋਂ ਫਿਰ ਕਿਤੇ ਸੰਤ ਉਹ ਕਹਿੰਦੇ ਨਹੀਂ, ਸ਼੍ਰੋਮਣੀ ਅਵਤਾਰ ਨਹੀਂ, ਦੂਜੇ ਅਵਤਾਰਾਂ ਵਰਗੇ ਅਵਤਾਰ ਹਨ। ਹੁਣ ਜੋਰਾਸੋਂ ਵਿਚਾਰਾ ਨਾ ਤਾਂ ਉਹ ਦੱਸ ਸਕਦਾ ਸੀ ਅਤੇ ਨਾ ਹੀ ਟੰਬਾ ਸੀ ਉਹਦੇ ਕੋਲ। ਇਹ ਆਪਣੇ ਸਾਹਮਣੇ ਕਹਿ ਦੇਵੇ ਗੁਰੂ ਨਾਨਕ ਸਾਹਿਬ ਦੇ ਬਾਰੇ ਅਤੇ ਫਿਰ ਤਾਂ ਨਹੀਂ ਹੋਣੀ ਗੱਲ। ਅੱਛਾ, ਉਹਦਾ ਹੱਟ ਸੀ, ਉਹ ਸੰਤ ਸਾਧ ਕਹਿੰਦਾ ਵੀ ਨਹੀਂ ਦੂਜੇ ਅਵਤਾਰਾਂ ਬਾਰੇ। ਉਹਨੇ ਬੋਲ ਕੇ ਦੱਸਿਆ। ਭਾਈ ਤਾਂ ਚੁੱਪ ਹੋ ਗਿਆ, ਕੋਈ ਪਿੰਡ ਵਾਲਿਆਂ ਦੇ ਵੀ ਡਰ ਹੁੰਦਾ। ਅਸੀਂ ਇਹ ਘਾਟਾ ਹੀ ਪਾ ਦਿੰਦੇ ਗੁਰੂ ਨੂੰ। ਪਿੰਡ ਵਾਲਿਆਂ ਤੋਂ ਡਰਦੇ ਨਾ ਵੀ ਇਹ ਸਾਧ ਨੂੰ ਕੁਛ ਨਾ ਕਹਿੰਦੇ, ਟੰਬਾ ਨਾ ਦਿਖਾਇਆ ਵੀ ਸਾਧ ਨੂੰ, ਤੂੰ ਗੁਰੂ ਨੂੰ ਕਹਿਣ ਵਾਲਾ ਕੌਣ ਹੋਏ। ਇਹ ਵੱਖਰੀ ਗੱਲ ਹੁੰਦੀ, ਗੁਰੂ 'ਤੇ ਸ਼ਰਧਾ ਹੁੰਦੀ ਹੈ। ਉਹ ਫਿਰ ਜੋਰਾ ਭਾਈ ਤਾਂ ਚੁੱਪ ਕਰ ਗਿਆ। ਅਤੇ ਭਗਵਾਨ ਸਿੰਘ ਸੀ ਫਿਰ ਉੱਥੇ ਬੋਨੇ ਵਾਲਾ, ਉਹਨੇ ਜੇ ਮੈਨੂੰ ਪਤਾ ਇਹ ਗੱਲ ਦਾ, ਜਿੰਨਾ ਕੁ ਉਹਨੇ ਦੱਸਿਆ ਨਾ ਫਿਰ ਉਹਨੇ ਵਧੀਆ ਦੱਸਤਾ ਅਤੇ ਸੰਤ ਸਾਧ ਬੋਲਿਆ ਨਹੀਂ। ਫਿਰ ਉਹ ਕਹਿੰਦਾ ਸੰਤ ਜੀ ਮੇਰੇ ਕੋਲ ਸਾਰੀ ਜੁਗਤੀਆਂ ਵੀ ਹੈਗੀਆਂ, ਤੈਨੂੰ ਮੈਂ ਪੜ੍ਹਾਈ ਦੇ ਤੌਰ 'ਤੇ ਵੀ ਦੱਸਤਾ, ਪਰ ਪੜ੍ਹਿਆ ਤਾਂ ਨਹੀਂ ਸੀ ਭਗਵਾਨ ਸਿੰਘ ਬੋਨੇ ਵਾਲਾ। ਪਰ ਉਹਨੇ ਥੋੜ੍ਹਾ ਜਿਹਾ ਫਿਰ ਬੋਲ ਬਾਲਾ ਵੀ ਕਿਹਾ ਵੀ ਤੂੰ ਗੁਰੂ ਨਾਨਕ ਦੀ ਸਾਡੇ ਘਰਾਂ 'ਚ ਰਹਿੰਦਾ ਹੋਏ ਸਾਦਾ, ਅਤੇ ਤੂੰ ਇਹ ਭਰੋਸਾ ਤੈਨੂੰ ਕਿਹੋ ਜਿਹਾ। ਇਹ ਵੀ ਸਾਨੂੰ ਧਿਆਨ ਰੱਖਣਾ ਪੈਂਦਾ। ਐਵੇਂ ਮਹਾਰਾਜ ਜੀ ਕਹਿ ਕੇ ਨਾ ਜਿੱਥੇ ਪੁੰਨਾਂ ਦੀ ਥਾਂ ਪਾਪ ਹੀ ਖੜੇ ਕਰ ਲਈਦੇ। ਜਿਤਨਾ ਕੋਈ ਹੋਵੇ ਉਤਨਾ ਹੀ ਉਹਦੀ ਆਦਰ ਮਾਣ ਕੀਤਾ ਜਾਵੇ। ਸਾਡੇ ਗੁਰੂ ਨੂੰ ਦਾ ਘਾਟਾ ਕਰ ਰਿਹਾ ਉਹ, ਅਤੇ ਫਿਰ ਵੀ ਸਾਡਾ ਕਾਹਦਾ ਹੋਇਆ। ਇਹ ਵੀ ਧਿਆਨ ਰੱਖਣੇ ਪੈਂਦੇ ਸਾਧ ਸੰਗਤ ਜੀ। ਇਹੀ ਤੱਤ ਹੁੰਦਾ ਸਿੱਖੀ ਕੀ, ਇਹੀ ਸਿੱਖੀ ਹੈ। ਨਹੀਂ ਤਾਂ ਹੰਨੇ ਕੇ ਕੁਛ ਬੰਨੇ ਕੇ, ਪਹਾੜਾਂ ਵਾਲੀ ਰੰਨੇ ਕੇ, ਢੋਲ ਢਮੱਕਾ ਸਰਵਰ ਦਾ ਅਤੇ ਹੈਡਵਰਸ ਬਾਬੇ ਨਾਨਕ ਦੀ। ਗੁਰੂ ਘਰ ਜਾਂ ਗੁਰਸਿੱਖ ਦਾ ਇਹੀ ਹੈ ਨਿਸ਼ਚਾ। ਗੁਰੂ ਘਰਾਂ ਦਾ ਵੀ ਇਹੀ ਹੈ, ਉੱਥੇ ਠੋਸ ਪ੍ਰਚਾਰ ਹੋਵੇ ਤਾਂ ਹੀ ਗੁਰੂ ਘਰਾਂ ਨੇ ਧਰਤੀ 'ਤੇ ਭਾਰ ਹੀ ਦੇਣਾ ਹੋਇਆ। ਐਡੀ 7 ਮੰਜ਼ਲੀ ਬਿਲਡਿੰਗ ਬਣਾ ਲਈ ਆ, ਜੇ ਗੁਰੂ ਘਰ ਠੋਸ ਪ੍ਰਚਾਰ ਹੀ ਨਾ ਹੋਇਆ ਤਾਂ ਧਰਤੀ 'ਤੇ ਭਾਰ ਦੇਣਾ ਹੀ ਸਮਝਿਆ ਜਾਊਗਾ। ਇਹ ਗੱਲ ਅਤੇ ਸਿੱਖ ਨੂੰ ਵੀ ਜੇ ਦ੍ਰਿੜਤਾ ਨਾ ਹੋਈ ਅਤੇ ਦੂਜੇ ਦਾ ਕਿਹਾ ਉਹੀ ਚੁੱਪ ਕਰ ਗਿਆ, ਉਹਦੇ ਮੂਹਰੇ ਮੱਥਾ ਹੀ ਟੇਕਤਾ, ਉਹ ਗੁਰੂ ਦੀ ਨਿੰਦਿਆ ਕਰੀ ਜਾਂਦਾ। ਕਹਿੰਦਾ ਵੀ ਗੁਰੂ ਜਿਹਨੇ ਦੂਜੇ ਅਵਤਾਰਾਂ ਵਰਗੇ ਅਵਤਾਰ ਨੇ, ਅਤੇ ਅਸੀਂ ਹੁਣ ਚੰਗਾ ਜੀ ਮਹਾਰਾਜ 7 ਵਜੇ ਕਹਿੰਦਾ ਫਿਰ ਅਸੀਂ ਤਾਂ ਲੋਥ ਹੀ ਤੁਰੀ ਫਿਰਦੀ ਹਾਂ, ਸਿੱਖ ਤਾਂ ਨਹੀਂ ਹੈ। ਇਹ ਧਿਆਨ ਹੋਣਾ ਚਾਹੀਦਾ ਸਾਧ ਸੰਗਤ ਜੀ। ਮੁੜ ਕੇ ਜੀਵਨ ਮਿਲਣਾ ਕਦੇ, ਮੈਨੂੰ ਦੱਸੋ। ਮੁੜ ਕੇ ਜੀਵਨ ਮਿਲਣਾ ਨਹੀਂ ਹੈ। ਸਿੱਖਾਂ ਇਹ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਇਹ ਗੋਝ ਗੱਲਾਂ ਹੁੰਦੀਆਂ ਨੇ। ਤੋ ਮੇਰੀਆਂ ਗੱਲਾਂ ਕਿਸੇ ਨੂੰ ਚੰਗੀਆਂ ਲੱਗਣ ਭਾਵੇਂ ਨਾ ਲੱਗਣ, ਸੱਚ ਦਾ ਸੱਚ ਹੀ ਗੁਰੂ ਅਮਰ ਦੇ ਹਜ਼ੂਰ ਬੈਠਾ, ਮਹਾਰਾਜ ਆਪੇ ਬੁਲਾ ਰਹੇ ਨੇ। ਇਹ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਸਾਧ ਸੰਗਤ ਜੀ। ਤੋ ਗੁਰੂ ਨਾਨਕ ਮਹਾਰਾਜ ਸ਼੍ਰੋਮਣੀ ਗੁਰੂ ਨੇ, ਸ਼੍ਰੋਮਣੀ ਅਵਤਾਰ ਨੇ, ਜਿਹੜਾ ਅਸੀਂ ਵਿਦਵਤਾ ਤੌਰ 'ਤੇ ਬੈਠ ਕੇ ਵਿਚਾਰ ਨਾਲ ਵੀ ਦੱਸ ਸਕਦੇ। ਸਾਰੇ ਗ੍ਰੰਥਾਂ ਵਿੱਚ ਲਿਖਤ ਹੈਗੀ ਹੈ ਸਾਧ ਸੰਗਤ ਦੀ ਵੀ ਪਰਮੇਸ਼ਰ ਦੇ ਅਵਤਾਰ ਨੇ। ਅਤੇ ਜਦੋਂ ਪਰਮੇਸ਼ਰ ਮਹਾਰਾਜ ਨੂੰ ਬਚਨ ਹੋਇਆ ਨਾ, ਵੇਈ ਨਦੀ ਦੁਆਰਾ ਗਏ, ਉਦੋਂ ਵੀ ਹੋਇਆ ਸੀ, ਇਹ ਨਾਨਕ ਤੇਰਾ ਨਾਮ ਗੁਰ ਪਰਮੇਸ਼ਰ ਹੈ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ। ਅਤੇ ਪਰਮੇਸ਼ਰ ਗੁਰ ਪਰਮੇਸ਼ਰ ਨਾ ਹੀ ਭੇਦ। ਗੁਰੂ ਨਾਨਕ ਸਾਹਿਬ ਐਸੇ ਜਿਹਨੇ ਕਲਯੁਗ ਦਾ ਉਧਾਰ ਕੀਤਾ। ਕਲਯੁਗ ਉਧਾਰਿਆ ਗੁਰਦੇਵ। ਕਲਯੁਗੀ ਯੁਗਾਂ ਦਾ ਜੀਵਾਂ ਦਾ ਉਧਾਰ ਕੀਤਾ ਹੈ। ਕਲਯੁਗ ਦਾ ਉਧਾਰ ਕਰਨ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਐਸੇ ਗੁਰੂ ਹਨ, ਵਿਅਕਤੀ ਸ਼ਕਤੀ ਆਯੂ ਪ੍ਰਤਿਗਿਆ ਕਰਕੇ ਸੱਚੇ ਪਾਤਸ਼ਾਹ ਸਾਰੇ ਅਵਤਾਰਾਂ ਨੂੰ ਸ਼੍ਰੋਮਣੀ ਅਵਤਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ 5ਵੇਂ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਣੀ ਪਾਵਨ ਪਵਿੱਤਰ ਮੁਖ ਵਾਕ ਬਾਣੀ ਉਹਨਾਂ ਦਾ ਸਾਧ ਸੰਗਤ ਦੀ ਪੰਕਤੀ ਆਉਂਦੀ, ਨਿੱਤ ਪੜ੍ਹਦੇ ਆਪਾਂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਇਹ ਨਿਸ਼ਚਾ ਹੋਣਾ ਚਾਹੀਦਾ। ਇਕੱਲੀ ਪੰਕਤੀ ਪੜ੍ਹ ਲਈ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਪੜ੍ਹਤਾ ਲਈ ਨਹੀਂ, ਪੜ੍ਹ ਕੇ ਇਹਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਨਿਸ਼ਚਾ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਗੁਰੂ ਨੇ। ਅਤੇ ਇਹ ਵੀ ਗੱਲ ਬੇਨਤੀ ਕਰਦੇ ਹਾਂ, ਜੇ ਗੁਰੂ ਨਾਨਕ ਸਾਹਿਬ ਵੱਡੇ ਨੇ ਅਤੇ ਅਸੀਂ ਦੂਸਰਿਆਂ ਦੀ, ਅਵਤਾਰਾਂ ਦੀ, ਸੰਤਾਂ ਦੀ ਜਾਂ ਹੋਰ ਕਿਸੇ ਦੀ ਨਿੰਦਾ ਵੀ ਨਹੀਂ ਕਰਨੀ। ਇਹ ਵੀ ਗੱਲ
ਇਹ ਵੀ ਯਾਦ ਰੱਖਣ ਵਾਲੀ ਗੱਲ ਹੈ, ਕਿਉਂਕਿ ਜਿੰਨੀ ਜਿੰਨੀ ਡਿਊਟੀ ਲੱਗੀ ਕਿਸੇ ਦੀ ਉਤਨੇ ਨੇ ਕੰਮ ਕਰਨੇ ਪੈਂਦੇ, ਡਿਊਟੀ ਵਜਾ ਕੇ ਫਿਰ ਉਹਨੂੰ ਵਾਪਸ ਜਾਣਾ ਪੈਂਦਾ ਹੈ। ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਸਭ ਆਉਂਦੇ ਨੇ, ਅਵਤਾਰ, ਪੀਰ, ਪਕੰਬਰ, ਮਹਾਤਮਾ, ਸਾਧੂ। ਅਤੇ ਸਫਲਾ ਉਹ ਆ ਜਿਹੜਾ ਸੱਚ ਸੱਚ ਤੇ ਕਮਾ ਕੇ ਆਣ ਕੇ। ਸਿੱਖ ਦਾ ਕਰਮ ਹੈ ਨਿੰਦਿਆ ਵੀ ਨਹੀਂ ਕਰਨੀ। ਜੇ ਸਾਡਾ ਗੁਰੂ ਨਾਨਕ ਸਾਹਿਬ ਵੱਡਾ ਹੈ ਅਤੇ ਦੂਸਰਿਆਂ ਦੀ ਅਸੀਂ ਬੇਪਤੀ ਵੀ ਨਹੀਂ ਕਰਨੀ, ਇਹ ਵੀ ਧਿਆਨ ਵਿੱਚ ਹੋਣਾ ਚਾਹੀਦਾ ਹੈ। ਨਾ ਨਾ ਨਾ, ਜੋ ਵੀ ਪਰਮੇਸ਼ਰ ਨੇ ਭੇਜੇ ਨੇ, ਆਪਣੇ ਹੁਕਮ ਅਨੁਸਾਰ ਭੇਜੇ ਨੇ, ਇਹ ਸਾਰੇ ਸਾਰੇ ਆਪਣੀ ਡਿਊਟੀ ਵਜਾ ਕੇ ਪਰਮੇਸ਼ਰ ਦੇ ਹੁਕਮ ਅਨੁਸਾਰ ਫਿਰ ਚਲੇ ਜਾਂਦੇ ਨੇ। ਅਤੇ ਸਾਨੂੰ ਇਤਨਾ ਕੁ ਮਾਣ ਹੈ ਵੀ ਗੁਰੂ ਨਾਨਕ ਸਾਹਿਬ ਸਾਡਾ ਵੱਡਾ ਹੈ। ਮਾਣ ਹੋਵੇ ਅਤੇ ਗੁਮਾਨ ਨਾ ਹੋ ਜਾਵੇ। ਗੁਮਾਨ ਕਹਿੰਦੇ ਹਉਮੈ ਨੂੰ ਨਹੀਂ, ਮਾਣ ਆ ਵੀ ਗੁਰੂ ਨਾਨਕ ਸਾਹਿਬ ਸਾਡਾ ਵੱਡਾ ਗੁਰੂ ਆ। ਅਤੇ ਵੱਡਿਆਂ ਦੀ ਵਡਿਆਈ ਵੱਡੀ ਹੁੰਦੀ। ਜੇ ਵੱਡਾ ਸਾਡਾ ਗੁਰੂ ਆ, ਇਸ ਦੀ ਵਡਿਆਈ ਵੱਡੀ ਆ, ਅਤੇ ਉਸ ਨੂੰ ਅਸੀਂ ਸਮਝਣਾ ਹੈ, ਹਿਰਦੇ ਵਿੱਚ ਵਸਾਉਣਾ ਹੈ, ਗੁਰੂ ਦੀ ਆਸ਼ੀਰਵਾਦ ਲੈਣੀ ਹੈ ਸਤ ਸੰਗਤ ਜੀ। ਅਤੇ ਦੂਸਰਿਆਂ ਦੀ ਨਿੰਦਾ ਵੀ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਸੱਚ ਜਿਹੜਾ ਹੈ ਉਹ ਕਹੀ ਦੇਣਾ ਹੁੰਦਾ ਹੈ। ਇਤਨੀਆਂ ਕੁ ਬੇਨਤੀਆਂ ਨੇ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਗੁਰੂ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ, ਜਿਸ ਕਰਕੇ ਸਾਡਾ ਜੀਵਨ ਸਫਲਾ ਹੋ ਸਕੇ, ਸਾਡਾ ਇਸ ਧਰਤੀ 'ਤੇ ਆਉਣਾ ਸਫਲ ਹੋ ਸਕੇ। ਸਾਧ ਸੰਗਤ ਜੀ, ਅੱਜ ਗੁਰੂ ਨਾਨਕ ਸਾਹਿਬ ਦੇ ਸਵਈਆਂ ਦੀ ਇੱਥੇ ਕਥਾ ਸੰਪੂਰਨ ਹੋਈ ਹੈ ਮਹਾਰਾਜਾਂ ਦੀ। ਕੱਲ੍ਹ ਨੂੰ ਇਹ ਵਿਚਾਰ ਗੁਰਮਤਾ ਹੋਇਆ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ, ਜੋ ਸਾਧ ਸੰਗਤ ਜੀ ਬਾਬਾ ਜੀ ਦੇ ਸ਼ਲੋਕ ਨੇ ਨਾ, ਭਗਤ ਫਰੀਦ ਜੀ ਦੇ, ਉਹਨਾਂ ਦੀ ਵਿਚਾਰ ਆਪਾਂ ਕਰਾਂਗੇ। ਅਤੇ ਮਹਾਂਪੁਰਸ਼ਾਂ ਦੀ ਵਰਸ਼ੀ ਆ ਰਹੀ ਨਾ, ਉਹਦੇ ਵਿੱਚ ਵਿਚਾਰ ਸੁਬਾਹ ਵੇਲੇ ਚੱਲਿਆ ਕਰੇਗੀ ਬਾਣੀ ਦੀ ਕਥਾ। ਅਤੇ ਸ਼ਾਮ ਨੂੰ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਹੁਕਮ ਹੋਵੇਗਾ, ਹੁਕਮ ਕਰਨਗੇ, ਫਿਰ ਇਤਿਹਾਸ ਦੀ ਕਥਾ ਇਹ ਵੀ ਵਿਚਾਰ ਕੀਤੀ ਜਾਵੇਗੀ। ਅਤੇ ਸੁਬਾਹ ਵੇਲੇ ਕੱਲ੍ਹ ਨੂੰ ਇਸੇ ਵੇਲੇ ਹੀ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਹੋਵੇਗੀ। ਆਪ ਸੰਗਤਾਂ ਨੇ ਇਸ ਪ੍ਰਕਾਰ ਹੀ ਆਨੰਦ ਲੈਣਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਅਸੀਸਾਂ ਪ੍ਰਾਪਤ ਕਰਨੀਆਂ। ਸਾਧ ਸੰਗਤ ਜੀ, 11 ਤਰੀਕ ਨੂੰ, ਅੱਜ 9 ਹੋ ਗਈ, ਪਰਸੋਂ ਨੂੰ ਮਹਾਂਪੁਰਸ਼ਾਂ ਦੀ ਪਾਵਨ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਰਾਜਧਾਨੀ ਮੂੰਗਾ ਨਿਹੰਗ ਸਿੰਘਾਂ ਮਹਿਰੋਂ ਵਿਖੇ ਸਾਧ ਸੰਗਤ ਜੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋਣੀ ਹੈ। ਆਪ ਸਾਰਿਆਂ ਨੇ ਸੇਵਾ ਕਰਕੇ ਗੁਰੂ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ। ਇਤਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕਾਂ ਭੁੱਲਾਂ ਦੀ ਖਿਮਾ ਕਰਨੀ ਜੀ। ਇਸ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਜੀ। ਦੂਰ ਬਾਪ ਪਰੂਰੋ ਅੰਗਰ ਗੁਰ ਨਾਨਕ ਜਸ ਗਾਇਓ, ਕਾਵ ਕਲ ਸੁਜਸ ਨਾਨਕ ਗੁਰ, ਘਟ ਘਟ ਸਹਿਜ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।